ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਨਤ ਸਮਤ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਮ ਚੜ ਜਾਏ। ਅੰਧ ਲਖੈ ਬਦਰਉ ਸੁਣੈ ਜਉ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੂੰਝੈ ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਏ ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਇਹ ਵਸਤ ਤਜੀ ਨਹਿ ਜਾਏ ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਭਗਤ ਵਛਲ ਕਰੁਣਾ ਨਿਧਾਨ ਸ਼ਬਦ ਗੁਰੂ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਸਾਧ ਸੰਗਤ ਵਡਭਾਗੇ ਹਾਂ ਜੋ ਸਤਿਗੁਰਾਂ ਦੀ ਪਵਿੱਤਰ ਸਤ ਸੰਗਤ ਪ੍ਰਾਪਤ ਹੋਈ ਹੈ। ਸਤਿਗੁਰਾਂ ਦੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰੇ ਕਰ ਰਹੇ ਹਾਂ। ਪਵਿੱਤਰ ਗੁਰਬਾਣੀਆਂ ਦਾ ਨਿਤਨੇਮ ਹੋਇਆ ਹੈ ਅਤੇ ਹੁਣ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਉਸ ਦਾ ਸਮਾਂ ਹੈ। ਸਾਧ ਸੰਗਤ ਪਹੁੰਚੀਏ ਗੁਰਦੁਆਰਾ ਸਾਹਿਬ ਵਿਖੇ। ਪਹੁੰਚ ਕਰਕੇ ਸਤਿਗੁਰਾਂ ਦੀ ਹਰ ਜਸ ਕਥਾ ਸਰਵਣ ਕਰੀਏ।
ਅੱਜ ਜੋ ਲੋਹੜੀ ਦਾ ਤਿਉਹਾਰ ਹੈ ਉਸ ਦੇ ਬਾਬਤ ਬੇਨਤੀ ਕਰਕੇ ਤੇ ਫਿਰ ਆਪਾਂ ਜੋ ਸ਼ਬਦ ਵਿਚਾਰ ਕਥਾ ਆਰੰਭ ਕਰਾਂਗੇ। ਸੋ ਸਾਧ ਸੰਗਤ, ਗੁਰਬਾਣੀ ਅੰਦਰ ਸਤਿਗੁਰਾਂ ਦਾ ਸ਼ਬਦ ਆਉਂਦਾ ਹੈ ਜੋ ਸੋਦਾ ਰਹਿਰਾ ਸਾਹਿਬ ਜੀ ਦੇ ਆਰੰਭ ਵਿੱਚ ਆਪਾਂ ਇਸ ਦੀ ਵਿਚਾਰ ਕੀਤੀ ਸੀ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜੋ ਪ੍ਰਹਿਲਾਦ ਸੀ ਇਹ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ, ਪਰ ਇਸ ਦਾ ਪਿਤਾ ਜੋ ਹਰਨਾਖਸ ਉਹ ਇਸ ਨੂੰ ਪਸੰਦ ਨਹੀਂ ਸੀ ਕਰਦਾ, ਇਸ ਨੂੰ ਮਾਰਨਾ ਚਾਹੁੰਦਾ ਸੀ ਕਿਉਂਕਿ ਪ੍ਰਹਿਲਾਦ ਸੀ ਉਹ ਆਪਦੇ ਪਿਤਾ ਦੇ ਆਖੇ ਨਹੀਂ ਸੀ ਲੱਗਦਾ। ਪਿਤਾ ਉਹਦਾ ਕਹਿੰਦਾ ਸੀ ਕਿ ਤੂੰ ਮੇਰਾ ਨਾਮ ਜਪ, ਪ੍ਰਹਿਲਾਦ ਭਗਤ ਕਹਿੰਦਾ ਸੀ ਕਿ ਮੈਂ ਤਾਂ ਪਰਮੇਸ਼ਰ ਦਾ ਨਾਮ ਹੀ ਜਪਣਾ ਹੈ। ਇਸ ਪ੍ਰਕਾਰ ਨਾਲ ਇਸ ਹਰਨਾਖਸ ਨੇ ਜੋ ਪ੍ਰਹਿਲਾਦ ਭਗਤ ਨੂੰ ਬੜੇ ਯਤਨ ਕੀਤੇ ਮਾਰਨ ਦੇ, ਕਦੀ ਪਹਾੜ ਤੋਂ ਧੱਕਾ ਦਿੱਤਾ, ਕਦੀ ਪਾਣੀ ਦੇ ਅੰਦਰ, ਸਮੁੰਦਰ ਦੇ ਅੰਦਰ ਪੱਥਰ ਬੰਨ੍ਹ ਕੇ ਡੋਬਣਾ ਚਾਹਿਆ, ਪਰ ਉਸ ਪਰਮੇਸ਼ਰ ਨੇ ਫਿਰ ਆਪਣੇ ਭਗਤਾਂ ਦੀ ਲਾਜ ਰੱਖੀ ਤੇ ਪਰਮੇਸ਼ਰ ਨੇ ਪ੍ਰਹਿਲਾਦ ਨੂੰ ਹਰ ਪ੍ਰਕਾਰ ਦੇ ਨਾਲ ਉਹਦੀ ਸਹਾਇਤਾ ਕੀਤੀ, ਉਸ ਨੂੰ ਬਚਾਇਆ। ਜੋ ਇਸ ਹਰਨਾਖਸ ਦੀ ਭੈਣ, ਹਰਨਾਖਸ ਦੀ ਜੋ ਭੈਣ ਹੋਲਿਕਾ ਨਾਮ ਜਿਸ ਦਾ ਦੱਸਿਆ ਜਾਂਦਾ ਹੈ, ਉਸ ਨੇ ਆਪਣੇ ਭਰਾ ਹਰਨਾਖਸ ਨੂੰ ਕਹਿਣਾ ਕੀਤਾ ਕਿ ਪ੍ਰਹਿਲਾਦ ਨੂੰ ਮਾਰਨ ਦੀ ਕਿਹੜੀ ਵੱਡੀ ਗੱਲ ਹੈ, ਮੈਂ ਇਸ ਨੂੰ ਮਾਰ ਦੇਵਾਂਗੀ। ਕਿ ਜੋ ਤੁਸੀਂ ਇੱਕ ਚਿਖਾ ਤਿਆਰ ਕਰੋ, ਲੱਕੜਾਂ ਦਾ ਢੇਰ ਤਿਆਰ ਕਰੋ, ਅਗਨੀ ਦਾ ਪ੍ਰਬੰਧ ਕਰੋ ਤੇ ਮੈਂ ਇਸ ਨੂੰ ਲੈ ਕਰਕੇ ਅੱਗ ਵਿੱਚ ਬੈਠ ਜਾਵਾਂਗੀ। ਕਿਉਂਕਿ ਸਾਧ ਸੰਗਤ, ਇਹ ਜੋ ਹੋਲਿਕਾ ਸੀ ਇਸ ਨੂੰ ਸੂਰਜ ਦੇਵਤਾ ਕੋਲੋਂ ਇਹਨੇ ਵਰ ਪ੍ਰਾਪਤ ਕੀਤਾ ਹੋਇਆ ਸੀ। ਇਸ ਦੇ ਕੋਲ ਇਹਨੂੰ ਚਾਦਰ ਇੱਕ ਪ੍ਰਾਪਤ ਹੋਈ ਸੀ ਤੇ ਜਿਸ ਨੂੰ ਉੱਪਰ ਲੈਣ ਦੇ ਨਾਲ ਅੱਗ ਨਹੀਂ ਸੀ ਲੱਗਦੀ, ਇਸ ਨੂੰ ਅੱਗ ਪੋ ਨਹੀਂ ਸੀ ਸਕਦੀ। ਇਹ ਇਸ ਨੇ ਵਰ ਲਿਆ ਹੋਇਆ ਸੀ ਸੂਰਜ ਦੇਵਤਾ ਤੋਂ। ਤੇ ਜਿਸ ਸਮੇਂ ਇਸ ਨੇ ਚਾਦਰ ਆਪਣੇ ਉੱਪਰ ਲੈ ਕਰਕੇ ਤੇ ਜੋ ਪ੍ਰਹਿਲਾਦ ਭਗਤ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਤੇ ਇਹ ਅੱਗ ਦੇ ਜੋ ਚਿਖਾ ਚੰਡੀ ਪ੍ਰਚੰਡ ਕੀਤੀ ਗਈ, ਉਸ ਸਮੇਂ ਫਿਰ ਇਹ ਉਸ ਚਿਖਾ ਦੇ ਅੰਦਰ ਜਿਸ ਪ੍ਰਕਾਰ ਨਾਲ ਅੱਜ ਲੋਹੜੀ ਬਾਲਦੇ ਹਾਂ, ਜੋ ਲੱਕੜਾਂ ਦੀ ਢੇਰੀ ਲਗਾਈ ਜਾਂਦੀ ਹੈ, ਉਸ ਪ੍ਰਕਾਰ ਨਾਲ ਉਸ ਲੱਕੜ ਦੀ ਢੇਰੀ ਬਲਦੀ ਹੋਈ ਦੇ ਅੰਦਰ ਇਹ ਪ੍ਰਹਿਲਾਦ ਭਗਤ ਨੂੰ ਗੋਦ ਵਿੱਚ ਲੈ ਕਰਕੇ ਤੇ ਅੱਗ ਵਿੱਚ ਬੈਠ ਗਈ। ਪਰ ਸਾਧ ਸੰਗਤ, ਜੋ ਪਰਮੇਸ਼ਰ ਦਾ ਭਗਤ ਵਛਲ ਬਿਰਧ ਹੈ ਨਾ, ਪਰਮੇਸ਼ਰ ਨੇ ਜੋ ਤੱਤ ਬਣਾਏ ਹਨ, ਅਗਨੀ ਦਾ ਤੱਤ ਹੈ ਕਿ ਕਿਸੇ ਵੀ ਚੀਜ਼ ਨੂੰ ਸਾੜ ਦੇਣਾ, ਪਰ ਸਾਧ ਸੰਗਤ ਉਸ ਪਰਮੇਸ਼ਰ ਨੇ ਆਪਣੀ ਭਗਤਾਂ ਦੀ ਰਾਖੀ ਕਰਨ ਵਾਸਤੇ, ਉਹਨਾਂ ਦੀ ਲਾਜ ਰੱਖਣ ਵਾਸਤੇ ਇਹਨਾਂ ਤੱਤਾਂ ਦੇ ਸੁਭਾਅ ਹੀ ਪਲਟ ਕੇ ਰੱਖ ਦਿੱਤੇ ਸਤਿਗੁਰਾਂ ਨੇ। ਜੋ ਉਸ ਸਮੇਂ ਜੋ ਚਾਦਰ ਸੀ ਉਹ ਪ੍ਰਹਿਲਾਦ ਦੇ ਉੱਪਰ ਆ ਗਈ ਤੇ ਜਿਹੜੀ ਹੋਲਿਕਾ ਸੀਗੀ ਜਿਸ ਨੂੰ ਵਰ ਪ੍ਰਾਪਤ ਹੋਇਆ ਸੀ, ਦੇਖੋ ਕਿੱਥੇ ਸੂਰਜ ਦੇਵਤਾ ਤੇ ਕਿੱਥੇ ਪਰਮੇਸ਼ਵਰ ਆਪ, ਪਰਮਾਤਮਾ ਆਪ ਜਿਸ ਦੀ ਰਖਵਾਲੀ ਕਰ ਰਿਹਾ ਹੋਵੇ। ਫਿਰ ਉਸ ਸਮੇਂ ਸਾਧ ਸੰਗਤ ਜੋ ਜਿਹੜੀ ਹੋਲਿਕਾ ਸੀ ਉਹ ਅੱਗ ਦੇ ਨਾਲ ਸੜ ਕੇ ਸਵਾਹ ਹੋ ਗਈ, ਅੱਗ ਦੇ ਵਿੱਚ ਝੁਲਸ ਗਈ ਚੰਗੀ ਤਰ੍ਹਾਂ। ਤੇ ਉਸ ਪਰ ਇਸ ਸਮੇਂ ਫਿਰ ਉਹ ਜੋ ਪਰਮੇਸ਼ਰ ਨੇ ਇਸ ਤਰੀਕੇ ਨਾਲ ਪ੍ਰਹਿਲਾਦ ਭਗਤ ਦੀ ਰਖਵਾਲੀ ਕੀਤੀ। ਸੋ ਸਾਧ ਸੰਗਤ, ਇਹ ਜ਼ਿਕਰ ਆਉਂਦਾ ਹੈ ਕਿ ਜੋ ਹੋਲੀ, ਜੋ ਮਾਰਚ ਮਹੀਨੇ ਦੇ ਵਿੱਚ ਜਾ ਕਰਕੇ ਹੋਲੀ ਆਉਂਦੀ ਹੈ, ਇਸ ਦੀ ਜਿਹੜੀ ਚਿਖਾ ਹੈ ਇਹ ਉਦੋਂ ਤੱਕ ਬਲਦੀ ਰਹੀ ਸੀ, ਉਦੋਂ ਤੱਕ ਇਹ ਸੜਦੀ ਰਹੀ ਸੀ ਉਸ ਦੇ ਅੰਦਰ ਜਿਹੜੀ ਹੋਲਿਕਾ ਸੀ। ਤੇ ਫਿਰ ਜਿਸ ਪ੍ਰਕਾਰ ਨਾਲ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਸਿੱਖਾਂ ਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ ਨਾ, ਉਸ ਸਮੇਂ ਤੱਕ ਕਹਿੰਦੇ ਵੀ ਇਹ ਹੋਲਿਕਾ ਦੀ ਜਿਹੜੀ ਚਿਖਾ ਸੀ ਇਹ ਬਲਦੀ ਰਹੀ ਸੀ। ਤੇ ਫਿਰ ਲੋਕਾਂ ਨੇ ਇਸ ਨੂੰ ਭਗਤ ਦੋਖੀ ਜਾਣ ਕੇ ਤੇ ਇਸ ਦੀ ਸਵਾਹ ਤੱਕ ਨੂੰ ਉਡਾ ਦਿੱਤਾ ਸੀ ਲੋਕਾਂ ਨੇ। ਸੋ ਇਸ ਪ੍ਰਕਾਰ ਨਾਲ ਸਾਧ ਸੰਗਤ, ਜੋ ਅੱਜ ਪੁੱਤਰਾਂ ਦੀ ਲੋਹੜੀ ਬਾਲਦੇ ਹਨ, ਉਹ ਵੀ ਇਸ ਪ੍ਰਕਾਰ ਨਾਲ ਆਪਣੇ ਬੱਚਿਆਂ ਦੀ, ਆਪਣੇ ਪੁੱਤਰਾਂ ਦੀ ਰਖਵਾਲੀ ਕਰਨ ਵਾਸਤੇ, ਉਹਨਾਂ ਦੀ ਰੱਖਿਆ ਵਾਸਤੇ ਇਹ ਜੋ ਲੋਹੜੀ ਬਾਲਣਾ ਕੀਤੀ ਜਾਂਦੀ ਹੈ। ਅਤੇ ਸਾਧ ਸੰਗਤ, ਜੋ ਲੋਹੜੀ ਦੇ ਅੰਦਰ ਜੋ ਗੀਤ, ਜੋ ਛੰਦ ਗਾਏ ਜਾਂਦੇ ਹਨ ਦੁੱਲੇ ਭੱਟੀ ਦੇ, ਸਾਧ ਸੰਗਤ ਇਹ ਜੋ ਹੋਇਆ ਬੜਾ ਧਰਮੀ ਮਨੁੱਖ ਸੀ, ਜੋ ਇਹ ਵੱਡੇ ਵੱਡੇ ਰਾਜੇ ਰਈਸਾਂ ਨੂੰ ਲੁੱਟ ਕੇ ਤੇ ਜੋ ਗਰੀਬ ਜਨਤਾ ਸੀ ਉਹਨਾਂ ਦੀ ਮਦਦ, ਉਹਨਾਂ ਦਾ ਭਲਾ ਕਰਦਾ ਸੀ। ਇਸ ਪ੍ਰਕਾਰ ਨਾਲ ਜੋ ਪੰਜਾਬ ਦੇ ਗਰੀਬ ਲੋਕ ਸਨ ਜਿਨ੍ਹਾਂ ਦੀ ਇਹ ਮਦਦ ਕਰਦਾ ਸੀ, ਫਿਰ ਉਹਨਾਂ ਨੇ ਇਸ ਦੇ ਜਸ ਦੇ ਅੰਦਰ ਇਹ ਜੋ ਗੀਤ ਛੰਦ ਉਹ ਗਾਉਣੇ ਇਹਨਾਂ ਨੇ ਲਿਖ ਕਰਕੇ ਤੇ ਗਾਏ, ਤੇ ਉਹ ਗਾਏ ਜਾਂਦੇ ਹਨ ਇਸ ਪ੍ਰਕਾਰ। ਸੋ ਇਹ ਸਾਧ ਸੰਗਤ ਲੋਹੜੀ ਬਾਬਤ ਇਹ ਜ਼ਿਕਰ ਆਉਂਦਾ ਹੈ।
ਸੋ ਅੱਜ ਜੋ ਆਪਾਂ ਵਿਚਾਰ ਕਰਨੀ ਹੈ ਸੋ ਦਰ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਪਿਛਲੇ ਦੀਵਾਨਾਂ ਅੰਦਰ ਜੋ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਤਿਨਾਂ ਦੁਆਰਾ ਜੋ ਉਚਾਰਨ ਕੀਤੀ ਬਾਣੀ ਰਾਮਕਲੀ ਰਾਗ ਦੇ ਅੰਦਰ ਜੋ ਆਨੰਦ ਸਾਹਿਬ ਹੈ ਉਸ ਦੀਆਂ 40 ਪੌੜੀਆਂ ਦੇ ਵਿੱਚੋਂ ਜੋ 6 ਪੌੜੀਆਂ ਆਨੰਦ ਸਾਹਿਬ ਦੀਆਂ ਜੋ ਰਹਿਰਾਸ ਸਾਹਿਬ ਦੇ ਅੰਦਰ ਆ ਰਹੀਆਂ ਸਨ ਤਿਨਾਂ ਨੂੰ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕੀਤਾ ਹੈ ਕਿ ਇਹ ਉੱਥੇ ਸਤਿਗੁਰਾਂ ਨੇ ਇਹ ਮਨ ਨੂੰ ਆਪਣੇ ਮਨ ਨੂੰ ਸਮਝਾਇਆ ਹੈ ਕਿ ਤੂੰ ਉਸ ਪਰਮੇਸ਼ਰ ਨੂੰ ਕਿਉਂ ਚੇਤੇ ਨਹੀਂ ਕਰਦਾ ਜੋ ਪਰਮੇਸ਼ਰ ਸਾਰੀਆਂ ਦਾਤਾਂ ਦੇਣ ਦੇ ਸਮਰੱਥ ਹੈ, ਹਰ ਇੱਕ ਕਾਰਜ ਕਰਨ ਦੇ ਉਹ ਸਮਰੱਥ ਹੈ, ਉਸ ਨੂੰ ਤੂੰ ਕਿਉਂ ਚੇਤੇ ਨਹੀਂ ਕਰਦਾ। ਤੇ ਫਿਰ ਸਤਿਗੁਰਾਂ ਨੇ ਉੱਥੇ ਬ੍ਰਹਮਾ ਆਨੰਦ ਦਾ ਵੀ ਜ਼ਿਕਰ ਕੀਤਾ ਕਿ ਉਹ ਜਿਹੜਾ ਆਨੰਦ ਹੈ ਨਾ ਉਹ ਸਤਿਗੁਰਾਂ ਦੀ ਸੰਗਤ ਚੋਂ ਤੇ ਪਰਮੇਸ਼ਰ ਦੀ ਪ੍ਰਾਪਤੀ ਚੋਂ ਹੀ ਪ੍ਰਾਪਤ ਹੋ ਸਕਦਾ ਹੈ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੋ ਸਾਧ ਸੰਗਤ ਇਸ ਆਨੰਦ ਸਾਹਿਬ ਤੋਂ ਉਪਰੰਤ ਜੋ ਸੋਦਰ ਰਹਿਰਾਸ ਸਾਹਿਬ ਜੀ ਦੇ ਅੰਦਰ 5 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਆਉਂਦੇ ਹਨ ਉਹ ਆਪਾਂ ਸਰਵਣ ਕਰਨਾ ਕਰੀਏ। ਸਾਰੀ ਹੀ ਸੰਗਤ ਬੜੇ ਪ੍ਰੇਮ ਸਹਿਤ ਅਦਬ ਦੇ ਨਾਲ ਸਤਿਗੁਰਾਂ ਅੱਗੇ ਦੋਏ ਕਰ ਜੋੜ ਸੀਸ ਨਿਵਾ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਾਵਣੀ ਮਹੱਲਾ ਪੰਜਵਾਂ। ਮੁੰਦਾਵਣੀ ਸਾਧ ਸੰਗਤ ਮੁੰਦਾਵਣੀ ਦਾ ਅਰਥ ਹੁੰਦਾ ਹੈ ਮੋਹਰ ਅਥਵਾ ਮੁੰਦਾਵਣੀ ਦਾ ਅਰਥ ਹੈ ਮੋਹ ਨੂੰ ਸਾੜਨ ਵਾਲੀ। ਐਸਾ ਜੋ ਸ਼ਬਦ ਸਤਿਗੁਰਾਂ ਨੇ ਉਚਾਰਿਆ ਕਿ ਮੋਹ ਨੂੰ ਸਾੜ ਕੇ ਰੱਖ ਦੇਣ ਵਾਲਾ। ਅਥਵਾ ਜੋ ਮੁੰਦਾਵਣੀ ਦਾ ਅਰਥ ਹੁੰਦਾ ਹੈ ਸਾਧ ਸੰਗਤ ਬੁਝਾਰਤ ਜਿਸ ਦੇ ਅੰਦਰ ਕੋਈ ਅਰਥ ਮੁੰਦਿਆ ਹੋਵੇ। ਜਿਸ ਪ੍ਰਕਾਰ ਨਾਲ ਪੋਠੋਹਾਰੀ ਬੋਲੀ ਦੇ ਅੰਦਰ ਸਾਧ ਸੰਗਤ ਕਿਹਾ ਜਾਂਦਾ ਹੈ ਕਿ ਕਿਉਂ ਮੁੰਦਾਵਣੀਆਂ ਪਾਈ ਜਾਂਦਾ ਹੈ, ਭਾਵ ਕਿਉਂ ਬੁਝਾਰਤਾਂ ਪਾ ਰਿਹਾ ਹੈ। ਇਹ ਸਤਿਗੁਰਾਂ ਨੇ ਫਿਰ ਇਹ ਬੁਝਾਰਤ ਪਾਈ ਜਿਸ ਦੇ ਅੰਦਰ ਕੋਈ ਅਰਥ ਲੁਕਿਆ ਹੋਵੇ। ਤੇ ਸਤਿਗੁਰਾਂ ਦਾ ਬਚਨ ਹੈ ਨਾ ਸਤਿਗੁਰਾਂ ਨੇ ਜੋ ਮੁੰਦਾਵਣੀ ਪਾਈ ਤੇ ਫਿਰ ਗੁਰਸਿੱਖਾਂ ਲੱਦੀ ਭਾਲ। ਇਹੋ ਮੁੰਦਾਵਣੀ ਸਤਿਗੁਰ ਪਾਈ ਗੁਰਸਿੱਖਾਂ ਲੱਦੀ ਭਾਲ। ਇਸ ਪ੍ਰਕਾਰ ਨਾਲ ਸਾਧ ਸੰਗਤ ਇਹ ਜੋ ਮੁੰਦਾਵਣੀ ਬੁਝਾਰਤ ਰੂਪ ਅੰਦਰ ਸਤਿਗੁਰਾਂ ਨੇ ਇਹ ਬਚਨ ਫਰਮਾਇਆ ਜੋ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦਾ ਇਹ ਪਵਿੱਤਰ ਸ਼ਬਦ ਹੈ। ਥਾਲ ਵਿੱਚ 3 ਵਸਤੂ ਪਈਓ। ਕਿ ਥਾਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਜੋ ਥਾਲ ਹੈ ਉਸ ਦੇ ਅੰਦਰ 3 ਵਸਤੂਆਂ ਪਈਆਂ ਹਨ। ਸੋ ਸਾਧ ਸੰਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਅਥਾਹ ਭੰਡਾਰ ਹੈ, ਅਥਾਹ ਹੀ ਵਸਤੂਆਂ ਬੇਅੰਤ ਹੀ ਵਸਤੂਆਂ ਇਸ ਵਿੱਚ ਹਨ। ਪਰ ਸਤਿਗੁਰੂ ਫਰਮਾਉਂਦੇ ਕਿ ਵਿਸ਼ੇਸ਼ ਕਰਕੇ ਇਹ 3 ਵਸਤੂਆਂ ਇਹਦੇ ਵਿੱਚ ਪਈਆਂ ਹਨ। ਸਤ ਸੰਤੋਖ ਵਿਚਾਰੋ। ਇੱਕ ਸਤ ਹੈ, ਇੱਕ ਸੰਤੋਖ ਹੈ ਅਤੇ ਇੱਕ ਵਿਚਾਰ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਅਤੇ ਇੱਕ ਅੰਮ੍ਰਿਤ ਨਾਮ ਹੈ ਪਰਮੇਸ਼ਰ ਦਾ। ਇਹ ਤਾਂ ਹੁਣ 4 ਵਸਤੂਆਂ ਹੋ ਗਈਆਂ ਜੀ। ਉੱਪਰ ਤਾਂ ਸਤਿਗੁਰਾਂ ਨੇ ਵਿਸ਼ੇਸ਼ ਨਿਯਮ ਕੀਤਾ ਹੈ ਕਿ ਥਾਲ ਵਿੱਚ 3 ਵਸਤੂ ਪਈਓ। ਇਹੀ ਸਤਿਗੁਰਾਂ ਨੇ ਜੋ ਬੁਝਾਰਤ ਪਾਈ ਹੈ। ਇਸੇ ਪ੍ਰਕਾਰ ਫਿਰ ਪੜ੍ਹ ਦਿਓ। ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ। ਜੋ ਥਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਥਾਲ ਹੈ ਇਸ ਦੇ ਅੰਦਰ 3 ਵਸਤੂਆਂ ਪਈਆਂ ਹਨ। ਇੱਕ ਸਤ, ਦੂਸਰੀ ਸੰਤੋਖ ਤੇ ਸਤਿਗੁਰੂ ਕਹਿੰਦੇ ਭਾਈ ਵਿਚਾਰ ਕਰਕੇ ਦੇਖ ਲਵੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਅੰਮ੍ਰਿਤ ਨਾਮ ਜੋ ਪਰਮੇਸ਼ਰ ਦਾ ਅੰਮ੍ਰਿਤਮਈ ਨਾਮ ਅੰਮ੍ਰਿਤ ਰੂਪੀ ਨਾਮ ਉਹ ਤੀਸਰੀ ਵਸਤੂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਉਹ ਇਸ ਦੇ ਅੰਦਰ ਟਿਕੀ ਹੋਈ ਹੈ। ਇਹ ਸਤਿਗੁਰਾਂ ਨੇ ਇਸ ਅੰਦਰ ਬਖਸ਼ਿਸ਼ ਕੀਤੀ। ਜਿਸ ਪ੍ਰਕਾਰ ਨਾਲ ਜੋ ਆਪਾਂ ਦੇਗ ਤਿਆਰ ਕਰੀਦੀ ਹੈ ਉਸ ਦੇ ਅੰਦਰ ਘਿਓ, ਆਟਾ, ਖੰਡ, ਜਲ ਅਤੇ ਜੋ ਅਗਨੀ ਇਹ 5 ਵਸਤੂਆਂ ਨਾਲ ਦੇਗ ਤਿਆਰ ਹੁੰਦੀ ਹੈ। ਇਸੇ ਪ੍ਰਕਾਰ ਨਾਲ ਸਤਿਗੁਰਾਂ ਨੇ ਜੋ ਮਨ ਦੇ ਅੰਦਰ ਜੋ ਅੰਮ੍ਰਿਤਮਈ ਦੇਗ ਤਿਆਰ ਕਰਨੀ ਹੈ ਜੋ ਬ੍ਰਹਮਾ ਆਨੰਦ ਰੂਪੀ ਤੇ ਦੇਗ ਤਿਆਰ ਉਹ ਕਰਨੀ ਸਤਿਗੁਰਾਂ ਨੇ ਦੱਸੀ ਹੈ ਕਿ ਜੋ ਆਟਾ ਰੂਪੀ ਸਤ, ਖੰਡ ਰੂਪੀ ਸੰਤੋਖ ਅਤੇ ਇਸ ਪ੍ਰਕਾਰ ਦੇ ਨਾਲ ਘਿਓ ਰੂਪੀ ਜੋ ਵਿਚਾਰ ਅਤੇ ਅੰਮ੍ਰਿਤ ਨਾਮ ਜਿਹੜਾ ਉਹ ਜਲ ਰੂਪੀ ਜੋ ਅੰਮ੍ਰਿਤ ਨਾਮ ਹੈ ਪਰਮੇਸ਼ਰ ਦਾ ਉਹ 4 ਵਸਤੂਆਂ। ਤੇ ਪੰਜਵੀਂ ਜੋ ਅਗਨੀ ਜੋ ਬ੍ਰਹਮਾ ਅਗਨੀ ਤਪ ਕਰਕੇ ਜੋ ਅਗਨੀ ਪ੍ਰਚੰਡ ਕਰਨੀ ਹੈ। ਇਸ ਪ੍ਰਕਾਰ ਨਾਲ ਜੋ
ਅੰਤਰੀਵ ਜੋ ਦੇਗ ਤਿਆਰ ਹੋਵੇਗੀ ਉਹ ਫਿਰ ਛਕ ਕਰਕੇ ਤੇ ਫਿਰ ਗੁਰਸਿੱਖ ਆਨੰਦ ਪ੍ਰਾਪਤ ਕਰਦੇ ਹਨ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਜਿਸ ਕਾ ਸਬਸ ਆਧਾਰੋ, ਐਸੇ ਜੋ ਅੰਮ੍ਰਿਤ ਨਾਮ ਹੈ ਜਿਸ ਕਾ ਸਬਸ ਆਧਾਰੋ, ਸਾਰੇ ਜੀਵਾਂ ਨੂੰ ਹੀ ਜਿਸ ਸ਼ਬਦ ਦਾ ਆਧਾਰ ਹੈ, ਲੋਕ ਪਰਲੋਕ ਦੇ ਅੰਦਰ ਸਾਰਿਆਂ ਦਾ ਹੀ ਜੋ ਨਾਮ ਆਧਾਰ ਹੈ, ਨਾਮ ਦੇ ਆਸਰੇ ਤੇ ਹੀ ਜੋ ਸਾਰਾ ਸੰਸਾਰ ਚੱਲ ਰਿਹਾ ਹੈ। ਜੇ ਕੋ ਖਾਵੈ ਜੇ ਕੋ ਭੁੰਚੈ, ਜੇ ਕੋ ਖਾਵੈ, ਇਹ ਫਿਰ ਜਿਹੜੀਆਂ ਤਿੰਨ ਵਸਤੂਆਂ ਹਨ, ਜੇ ਕੋ ਖਾਵੈ ਅਤੇ ਜੇ ਉਹ ਬ੍ਰਹਮਾ ਗਿਆਨ ਰੂਪੀ ਜੋ ਆਪਾਂ ਦੇਗ ਤਿਆਰ ਕਰਨੀ ਸਤਿਗੁਰਾਂ ਨੇ ਦੱਸੀ, ਉਹ ਜੇਕਰ ਜੇ ਕੋਈ ਖਾਵੈ ਭਾਵ ਜੇ ਕੋਈ ਸਰਵਣ ਕਰੇ ਸਤਿਗੁਰਾਂ ਦੇ ਅੰਮ੍ਰਿਤ ਨਾਮ ਨੂੰ, ਅਤੇ ਭੁੰਚੈ ਭਾਵ ਉਸ ਦਾ ਮੰਨਣ ਕਰੇ, ਉਸ ਨੂੰ ਮੰਨੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਕਿ ਸੁਣ ਕੇ ਜੋ ਮੰਨ ਲਵੇ ਤਿਸ ਕਾ ਹੋਏ ਉਧਾਰੋ, ਉਸ ਦਾ ਫਿਰ ਸਤਿਗੁਰੂ ਕਹਿੰਦੇ ਹਨ ਉਧਾਰ ਹੋ ਜਾਂਦਾ ਹੈ। ਉਸ ਦਾ ਇਸ ਸੰਸਾਰ ਚੋਂ ਉਧਾਰ ਉਹ ਬਚ ਕਰਕੇ ਨਿਕਲ ਜਾਂਦਾ ਹੈ ਜਮਾ ਤੀ ਫਾਹੀ ਤੋਂ। ਇਸ ਪ੍ਰਕਾਰ ਨਾਲ ਜੇ ਕੋ ਖਾਵੈ ਤੋਂ ਭਾਵ ਪਹਿਲਾਂ ਆਪ ਖਾਵੇ, ਅਤੇ ਜੇ ਕੋ ਭੁੰਚੈ ਭਾਵ ਦੂਜਿਆਂ ਨੂੰ ਖਵਾਉਣਾ ਕਰੇ। ਇਸ ਪ੍ਰਕਾਰ ਨਾਲ ਗੁਰਬਾਣੀ 'ਚ ਵਚਨ ਆਉਂਦਾ ਹੈ, ਆਪ ਜਪੈ ਅਵਰਹਿ ਨਾਮ ਜਪਾਵੈ। ਜੋ ਆਪ ਜਪਦਾ ਹੈ ਦੂਸਰਿਆਂ ਨੂੰ ਨਾਮ ਜਪਾਉਂਦਾ ਹੈ, ਤਿਸ ਕਾ ਹੋਏ ਉਧਾਰੋ, ਫਿਰ ਉਹਦਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਧਾਰ ਹੋ ਜਾਂਦਾ ਹੈ। ਇਸੇ ਪ੍ਰਕਾਰ ਨਾਲ ਜੇ ਕੋ ਖਾਵੈ, ਜਿਹੜਾ ਆਪ ਪਹਿਲਾਂ ਨਾਮ ਰੂਪੀ ਅੰਮ੍ਰਿਤ ਪਦਾਰਥ ਛਕ ਲਵੇ, ਗ੍ਰਹਿਣ ਕਰ ਲਵੇ, ਅਤੇ ਭੁੰਚੈ ਭਾਵ ਭੁੰਚੇ ਦਾ ਅਰਥ ਕਰਦੇ ਹਨ ਕਿ ਪਚਾ ਲਵੇ, ਕਿ ਉਸ ਨੂੰ ਪਚਾ ਵੀ ਲਵੇ, ਕਿਉਂਕਿ ਸਾਧ ਸੰਗਤ ਨਾਮ ਸਿਮਰਨ ਦੇ ਨਾਲ ਜੋ ਅੰਦਰ ਅਥਾਹ ਬੇਅੰਤ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ ਹਨ, ਤੇ ਜਿਹੜਾ ਫਿਰ ਉਹਨਾਂ ਨੂੰ ਪਚਾ ਲੈਂਦਾ ਨਾ, ਜਰ ਲੈਂਦਾ ਹੈ, ਫਿਰ ਉਹ ਤਿਸ ਕਾ ਹੋਏ ਉਧਾਰੋ, ਉਹਦਾ ਫਿਰ ਸਤਿਗੁਰੂ ਕਹਿੰਦੇ ਉਧਾਰ ਹੋ ਜਾਂਦਾ ਹੈ। ਇਹ ਵਸਤ ਤਜੀ ਨਹਿ ਜਾਈ, ਇਹ ਜੋ ਵਸਤੂਆਂ ਤਿੰਨ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ ਹਨ ਨਾ, ਜਿਨ੍ਹਾਂ ਵਿੱਚੋਂ ਅੰਮ੍ਰਿਤ ਨਾਮ ਫਿਰ ਬਖਸ਼ਿਆ ਸਤਿਗੁਰਾਂ ਨੇ, ਇਹ ਵਸਤ ਅਜਿਹੀ ਹੈ ਕਿ ਤਜੀ ਨਹੀਂ ਜਾਈ, ਇਹ ਛੱਡੀ ਨਹੀਂ ਜਾ ਸਕਦੀ। ਇਸ ਨੂੰ ਛੱਡ ਕੇ ਕਿਸੇ ਦਾ ਸਰ ਨਹੀਂ ਸਕਦਾ, ਕਿਸੇ ਦਾ ਭਲਾ ਨਹੀਂ ਹੋ ਸਕਦਾ। ਇਹ ਅਜਿਹੀ ਸ੍ਰੇਸ਼ਟ ਵਸਤੂ ਹੈ। ਨਿਤ ਨਿਤ ਰਖ ਉਰ ਧਾਰੋ, ਤੇ ਸਤਿਗੁਰੂ ਫਰਮਾਉਂਦੇ ਹਨ ਕਿ ਨਿਤ ਨਿਤ, ਰੋਜ਼ ਰੋਜ਼, ਹਰ ਸਮੇਂ ਰੱਖ ਉਰ ਧਾਰੋ, ਆਪਣੇ ਉਰ ਦੇ ਹਿਰਦੇ ਅੰਦਰ ਧਾਰ ਕੇ ਰੱਖ। ਇਸ ਨੂੰ ਹਰ ਸਮੇਂ ਅੰਮ੍ਰਿਤ ਨਾਮ ਦਾ ਰਟਨ ਕਰਨਾ ਕਰ, ਹਰ ਸਮੇਂ ਉਸ ਪਰਮੇਸ਼ਰ ਨੂੰ ਚੇਤੇ ਰੱਖਣਾ ਕਰ, ਕਿਉਂਕਿ ਇਹ ਅਜਿਹੀ ਵਸਤੂ ਹੈ ਕਿ ਇਹ ਛੱਡੀ ਨਹੀਂ ਜਾਂਦੀ। ਕਿਉਂਕਿ ਸਤਿਗੁਰਾਂ ਦਾ ਬਚਨ ਹੈ ਨਾ, ਆਖਾ ਜੀਵਾ ਵਿਸਰੈ ਮਰ ਜਾਓ, ਇਹ ਵਿਸਰਨ ਦੇ ਨਾਲ ਜੀਵਨ ਦੀ ਆਤਮਿਕ ਮੌਤ ਹੁੰਦੀ ਹੈ। ਇਸ ਪ੍ਰਕਾਰ ਇਹਨੂੰ ਛੱਡ ਨਹੀਂ ਸਕਦੇ, ਇਸ ਨੂੰ ਹਿਰਦੇ ਅੰਦਰ ਹੀ ਟਿਕਾ ਕੇ ਰੱਖਣਾ ਚਾਹੀਦਾ ਹੈ। ਤਮ ਸੰਸਾਰ ਚਰਨ ਲਗ ਤਰੀਐ, ਤਾਮ ਸੰਸਾਰ, ਜੋ ਹਨੇਰ ਕੁੱਪ, ਇਸ ਸੰਸਾਰ ਦੇ ਅੰਦਰ ਜੋ ਅਗਿਆਨਤਾ ਦਾ ਹਨੇਰ ਕੁੱਪ ਹੋਇਆ ਹੈ, ਅਜਿਹੇ ਸੰਸਾਰ ਨੂੰ ਕਿਵੇਂ ਤਰਿਆ ਜਾ ਸਕਦਾ ਹੈ? ਤਾਮ ਸੰਸਾਰ ਚਰਨ ਲਗ ਤਰੀਐ, ਜੋ ਨਾਮ ਰੂਪੀ ਸਤਿਗੁਰਾਂ ਦੇ ਚਰਨ ਹਨ, ਨਾਮ ਸਿਮਰਨ, ਉਸ ਨੂੰ ਲੱਗ ਕੇ ਤਰਿਆ ਜਾ ਸਕਦਾ ਹੈ। ਅਤੇ ਪ੍ਰਤੱਖ ਜੋ ਸਤਿਗੁਰਾਂ ਦੇ ਚਰਨ ਹਨ, ਸਤਿਗੁਰਾਂ ਦੇ ਦੁਆਰੇ ਤੇ ਆਣ ਕਰਕੇ, ਸਤ ਸੰਗਤ ਵਿੱਚ ਬੈਠ ਕਰਕੇ, ਤੇ ਫਿਰ ਇਸ ਸੰਸਾਰ ਜਿਹੜਾ ਅਗਿਆਨ ਰੂਪੀ ਅੰਧੇਰ ਕੁੱਪ ਦੇ ਵਿੱਚ ਜੋ ਸੰਸਾਰ ਹੈ, ਇਸ ਨੂੰ ਤਾਂ ਤਰਿਆ ਜਾ ਸਕਦਾ ਹੈ। ਸਭ ਨਾਨਕ ਬ੍ਰਹਮ ਪਸਾਰੋ, ਅਤੇ ਇਹ ਜੋ ਪਸਾਰਾ ਸੰਸਾਰ ਦਾ ਅਤੇ ਇਹ ਜੋ ਅੰਮ੍ਰਿਤ ਵਸਤੂਆਂ ਦਾ ਜੋ ਪਸਾਰਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਬ੍ਰਹਮ ਪਸਾਰੋ, ਉਸ ਬ੍ਰਹਮ ਦਾ ਹੀ ਪਸਾਰਾ ਹੈ, ਉਸ ਪਰਮੇਸ਼ਰ ਦਾ ਹੀ ਇਹ ਸਾਰਾ ਪਸਾਰਾ ਹੈ। ਸ਼ਲੋਕ ਮਹੱਲਾ ਪੰਜਵਾਂ। ਸ਼ਲੋਕ ਮਹੱਲਾ ਪੰਜਵਾ, ਜੋ ਪੰਜਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਫਰਮਾ ਰਹੇ ਹਨ, ਤੇਰਾ ਕੀਤਾ ਜਾਤੋ ਨਾਹੀ। ਸਤਿਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਇਹ ਬੇਨਤੀ ਰੂਪ ਅੰਦਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਬਚਨ ਫਰਮਾ ਰਹੇ ਹਨ ਕਿ ਹੇ ਧੰਨ ਗੁਰੂ ਰਾਮਦਾਸ ਮਹਾਰਾਜ, ਤੇਰਾ ਕੀਤਾ ਜਾਤੋ ਨਾਹੀ, ਕਿ ਅਸੀਂ ਤੇਰਾ ਕੀਤਾ, ਹੇ ਧੰਨ ਗੁਰੂ ਰਾਮਦਾਸ, ਅਸੀਂ ਤੁਹਾਡਾ ਕੀਤਾ ਅਸੀਂ ਜਾਣਿਆ ਨਹੀਂ, ਤੁਸੀਂ ਸਾਡੇ ਤੇ ਅਪਾਰ ਬਖਸ਼ਿਸ਼ਾਂ ਕੀਤੀਆਂ, ਅਸੀਂ ਜਾਣਿਆ ਹੀ ਨਹੀਂ ਉਸ ਨੂੰ। ਮੈਨੂੰ ਜੋਗ ਕੀ ਧੋਈ, ਹੇ ਸਤਿਗੁਰੂ ਤੁਸੀਂ ਮੈਨੂੰ ਯੋਗ ਬਣਾ ਦਿੱਤਾ, ਮੈਨੂੰ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬੀੜ, ਪਵਿੱਤਰ ਸਰੂਪ ਦੇ ਜੋ ਬਾਣੀ ਸੰਗ੍ਰਹਿ ਕਰਨ ਰੂਪੀ ਤੁਸੀਂ ਮੈਨੂੰ ਬਖਸ਼ਿਸ਼ ਕਰਕੇ ਤੇ ਮੈਨੂੰ ਇਹ ਬਾਣੀ ਸੰਗ੍ਰਹਿ ਕਰਨ ਦੇ ਤੁਸੀਂ ਯੋਗ ਬਣਾ ਦਿੱਤਾ। ਮੈਂ ਇਸ ਦੇ ਯੋਗ ਨਹੀਂ ਸਾਂ, ਮੈਨੂੰ ਹੇ ਸਤਿਗੁਰੂ ਤੁਸੀਂ ਗੁਰਤਾ ਗੱਦੀ ਦੇ ਯੋਗ ਬਣਾ ਦਿੱਤਾ, ਮੈਂ ਯੋਗ ਨਹੀਂ ਸਾਂ ਇਸ ਦੇ। ਇਸ ਪ੍ਰਕਾਰ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਸਹਿਤ ਸਤਿਗੁਰਾਂ ਅੱਗੇ ਬੇਨਤੀਆਂ ਕਰ ਰਹੇ ਹਨ।
ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। हे ਧੰਨ ਗੁਰੂ ਰਾਮਦਾਸ ਮਹਾਰਾਜ, ਮੈਂ ਨਿਰਗੁਣਿਆਰੇ ਕਿ ਮੈਂ ਨਿਰਗੁਣਿਆਰਾ, ਆਰੇ ਭਾਵ ਘਰ, ਨਿਰਗੁਣ ਔਗੁਣਾ ਦਾ ਘਰ ਹਾਂ। हे ਸਤਿਗੁਰੂ, ਕੋ ਗੁਣ ਨਹੀਂ, ਸਾਡੇ ਅੰਦਰ ਕੋਈ ਵੀ ਗੁਣ ਨਹੀਂ ਸੀ। ਆਪੇ ਤਰਸ ਪਿਓਈ। ਤੁਹਾਨੂੰ ਆਪ ਹੀ ਸਾਡੇ ਤੇ ਤਰਸ ਪੈ ਗਿਆ। ਪਇਓ ਈ, ਸਾਡੇ ਤੇ ਤਰਸ ਪੈ ਗਿਆ। ਹੈ ਧੰਨ ਗੁਰੂ ਰਾਮਦਾਸ, ਤੁਸੀਂ ਐਸੀ ਸਾਡੇ ਤੇ ਬਖਸ਼ਿਸ਼ ਕਰ ਦਿੱਤੀ, ਤੁਸੀਂ ਆਪ ਹੀ ਤਰਸ ਕਰ ਲਿਆ ਸਾਡੇ ਤੇ। ਤਰਸ ਪਿਆ ਮਹਿ ਰਹਿਮਤ ਹੋਈ। ਤੇ ਤੁਸੀਂ ਤਰਸ ਕਰਕੇ ਸਾਡੇ ਤੇ ਮਿਹਰਾ ਮਤ, ਜੋ ਅਮਿਤ ਮਿਹਰ, ਅਥਾਹ ਮਿਹਰ ਤੁਸੀਂ ਸਾਡੇ ਤੇ ਕਰਨਾ ਕਰ ਦਿੱਤੀ। ਜਿਸ ਪ੍ਰਕਾਰ ਨਾਲ ਗੁਰ ਰਾਮਦਾਸ ਜਗ ਤਾਰਨ ਕਉ, ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤ ਅਰਜਨ ਮਾਹਿ ਤਰੀ। ਐਸੀ ਤੁਸੀਂ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਸਾਡੇ ਤੇ, ਐਸੀ ਅਮਿਤ ਹੀ ਮਿਹਰ ਤੁਸੀਂ ਕਰ ਦਿੱਤੀ। ਸਤਿਗੁਰ ਸੱਜਣ ਮਿਲਿਆ। ਅਤੇ ਜੋ ਲੋਕ ਪਰਲੋਕ ਦਾ ਸਹਾਈ, ਲੋਕ ਪਰਲੋਕ ਦੇ ਅੰਦਰ ਸੱਜਣ ਜੋ ਸਤਿਗੁਰੂ ਹਨ, ਉਹਨਾਂ ਦੀ ਪ੍ਰਾਪਤੀ ਹੋਈ ਹੈ, ਮਿਲ ਗਏ ਹਨ। ਨਾਨਕ ਨਾਮ ਮਿਲੈ ਤਾਂ ਜੀਵਾਂ। ਤੇ ਸਤਿਗੁਰੂ ਫਰਮਾਉਂਦੇ ਆ ਕਿ ਨਾਮ ਮਿਲੈ ਤਾਂ ਜੀਵਾਂ। ਜਿਸ ਪ੍ਰਕਾਰ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਨਾ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ, ਸਿਮਰਨ ਕਰਨ ਦੇ ਨਾਲ, ਪਰਮੇਸ਼ਰ ਨੂੰ ਯਾਦ ਕਰਨ ਦੇ ਨਾਲ ਹੀ ਜਿਉਂਦੇ ਰਹਿੰਦੇ ਹਾਂ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਵੀ ਫਰਮਾਉਂਦੇ ਹਨ ਕਿ ਨਾਨਕ ਨਾਮ ਮਿਲੈ ਤਾਂ ਜੀਵਾਂ। ਨਾਮ ਮਿਲਦਾ ਹੈ ਤਾਂ ਹੀ ਸਾਡਾ ਜੀਵਨ ਹੁੰਦਾ ਹੈ। ਤਨ ਮਨ ਥੀਵੈ ਹਰਿਆ। ਤੇ ਤਨ ਅਤੇ ਮਨ ਥੀਵੈ ਹਰਿਆ, ਜੋ ਖਿੜਿਆ ਹੋ ਜਾਂਦਾ ਹੈ ਇਸ ਨਾਮ ਦੀ ਪ੍ਰਾਪਤੀ ਦੇ ਨਾਲ। ਇਸੇ ਹੀ ਪ੍ਰਕਾਰ ਤਰਸ ਪਿਆ, ਤੇਰਾ ਕੀਤਾ, ਤੇਰਾ ਕੀਤਾ ਜਾਤੋ ਨਾਹੀ। ਕਿ ਇਸ ਪ੍ਰਕਾਰ ਦੇ ਨਾਲ ਇਹ ਸਤਿਗੁਰੂ, ਇਹ ਆਪਾਂ ਵੀ ਜੋ ਬੇਨਤੀ ਪਰਮੇਸ਼ਰ ਅੱਗੇ ਕਰਨੀ ਹੈ ਇਸ ਪ੍ਰਕਾਰ ਦੇ ਨਾਲ ਕਿ ਹੇ ਸਤਿਗੁਰੂ, ਤੇਰਾ ਕੀਤਾ ਜਾਤੋ ਨਾਹੀ। ਇਹ ਜੋ ਤੁਸੀਂ ਸਾਨੂੰ ਮਨੁੱਖਾਂ ਦੇ ਹੀ ਬਖਸ਼ਿਸ਼ ਕੀਤੀ ਹੈ, ਮਨੁੱਖਾ ਜੀਵਨ ਜੋ ਸ੍ਰੇਸ਼ਟ ਹੈ ਸਾਰੀਆਂ ਦੁਨੀਆਂ ਦੇ ਨਾਲੋਂ, ਐਸਾ ਤੁਸੀਂ ਸਾਨੂੰ ਬਖਸ਼ਿਸ਼ ਕਰਨਾ ਕੀਤਾ ਹੈ, ਪਰ ਅਸੀਂ ਇਸ ਦੀ ਕੀਮਤ ਨਹੀਂ ਜਾਣੀ। ਮੈਨੂੰ ਜੋਗ ਕੀ ਤੋਈ। ਤੇ ਹੇ ਸਤਿਗੁਰੂ, ਤੁਸੀਂ ਸਾਨੂੰ ਯੋਗ ਕਰ ਦਿੱਤਾ ਹੈ, ਆਪਣੀ ਸਿੱਖੀ ਕਮਾਉਣ ਦੇ ਯੋਗ ਕਰ ਦਿੱਤਾ ਹੈ ਸਾਨੂੰ ਤੁਸੀਂ ਸਤਿਗੁਰੂ, ਪਰ ਅਸੀਂ ਤੁਹਾਡੀ ਕੀਮਤ ਨਹੀਂ ਜਾਣੀ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਅਸੀਂ ਨਿਰਗੁਣਿਆਰੇ ਹਾਂ ਹੇ ਸਤਿਗੁਰੂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ, ਅਸੀਂ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਰਹੇ ਹਾਂ, ਪੱਥਰ ਦੀ ਨਿਆਈ ਤੁਸੀਂ ਕਿਰਪਾ ਕਰਕੇ ਸਾਨੂੰ ਤਾਰ ਲਵੋ। ਅਸੀਂ ਨਿਰਗੁਣਿਆਰੇ ਔਗਣਾਂ ਦੇ ਘਰ ਹਾਂ, ਸਾਨੂੰ ਬਖਸ਼ਿਸ਼ ਕਰੋ, ਕਿਰਪਾ ਕਰੋ। ਆਪੇ ਤਰਸ ਪਿਓਈ। ਸਾਡੇ ਅੰਦਰ ਕੋਈ ਗੁਣ ਨਹੀਂ ਸੀ, ਪਰ ਤੁਸੀਂ ਹੇ ਸਤਿਗੁਰੂ ਕਿਰਪਾ ਕੀਤੀ, ਆਪੇ ਤਰਸ ਪਿਓਈ। ਤੁਹਾਨੂੰ ਸਾਡੇ ਤੇ ਆਪ ਹੀ ਤਰਸ ਆ ਗਿਆ ਤੇ ਸਾਨੂੰ ਇਹ ਗੁਰਸਿੱਖੀ ਬਖਸ਼ਿਸ਼ ਕੀਤੀ। ਤੁਸੀਂ ਸਿੱਖਾਂ ਦੇ ਘਰ ਅੰਦਰ ਸਾਨੂੰ ਪੈਦਾ ਕਰਨਾ ਕੀਤਾ, ਆਪਣੇ ਚਰਨਾਂ ਕਮਲਾਂ ਦੀ ਸਿੱਖੀ ਸਾਨੂੰ ਪਿਆਰ ਬਖਸ਼ਿਸ਼ ਕਰ ਦਿੱਤਾ। ਤਰਸ ਪਿਆ ਮਹਿ ਰਹਿਮਤ ਹੋਈ। ਮਿਹਰਾਮਤ ਹੈ ਪਰ ਸਤਿਗੁਰੂ, ਤੁਸੀਂ ਸਾਡੇ ਤੇ ਬੇਅੰਤ ਹੀ ਮਿਹਰ, ਅਮਿਤ ਹੀ ਮਿਹਰ ਕਰ ਦਿੱਤੀ। ਆਪੇ ਲਾਇਓ ਆਪਣਾ ਪਿਆਰ, ਤੁਸੀਂ ਸਾਨੂੰ ਆਪਣਾ ਪਿਆਰ ਬਖਸ਼ਿਸ਼ ਕਰ ਦਿੱਤਾ, ਸਾਨੂੰ ਆਪਣੀ ਚਰਨਾਂ ਦੀ ਧੂੜੀ ਸੰਗਤ ਬਖਸ਼ਿਸ਼ ਕਰ ਦਿੱਤੀ। ਐਸੀ ਤੁਸੀਂ ਸਾਡੇ ਤੇ ਅਮਿਤ ਹੀ ਮਿਹਰ ਕਰ ਦਿੱਤੀ ਹੈ। ਸਤਿਗੁਰ ਸੱਜਣ ਮਿਲਿਆ। ਅਤੇ ਸਤਿਗੁਰ ਸੱਜਣ, ਜਿਹੜਾ ਲੋਕ ਪਰਲੋਕ ਵਿੱਚ ਸੱਜਣ ਹੈ ਨਾ, ਸਾਨੂੰ ਫਿਰ ਸਤਿਗੁਰ ਮਿਲਿਆ, ਭਾਵ ਜੋ ਸਾਨੂੰ ਅੰਮ੍ਰਿਤ ਦੀ ਦਾਤ ਤੁਸੀਂ ਬਖਸ਼ਿਸ਼ ਕਰ ਦਿੱਤੀ। ਅੰਮ੍ਰਿਤ ਦੀ ਦਾਤ ਪ੍ਰਤੱਖ, ਜੋ ਅਖੰਡੇ ਬਾਟੇ ਦਾ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕਰਕੇ ਤੇ ਸਾਨੂੰ ਗੁਰੂ ਵਾਲੇ ਬਣਾ ਲਿਆ। ਤੇ ਐਸੀ ਸਾਡੇ ਤੇ ਤੁਸੀਂ ਮਿਹਰ ਕੀਤੀ, ਸਾਨੂੰ ਸਤਿਗੁਰ ਸੱਜਣ ਮਿਲ ਪਿਆ। ਨਾਨਕ ਨਾਮ ਮਿਲੈ ਤਾਂ ਜੀਵਾ। ਅਤੇ ਮਰਣੰ ਵਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਐਸੀ ਤੁਸੀਂ ਸਾਡੇ ਤੇ ਬਖਸ਼ਿਸ਼ ਕੀਤੀ ਅਤੇ ਸਾਨੂੰ ਇਹ ਹੁਣ ਪ੍ਰਤੱਖ ਹੋ ਗਿਆ ਕਿ ਨਾਮ ਸਿਮਰਨ ਦੇ ਨਾਲ ਹੀ ਸਾਡਾ ਜੀਵਨ ਹੈ। ਅਤੇ ਜੇਕਰ ਨਾਮ ਨੂੰ ਭੁੱਲ ਜਾਂਦੇ ਹਾਂ ਤਾਂ ਇਹ ਮਰਨ ਹੁੰਦਾ ਹੈ ਇਹ ਜੀਵ ਦਾ। ਤਨ ਮਨ ਥੀਵੈ ਹਰਿਆ। ਅਤੇ ਹੁਣ ਸਤਿਗੁਰੂ ਤੁਸੀਂ ਜੋ ਮਿਹਰ ਕੀਤੀ, ਹੁਣ ਸਾਡਾ ਇਸ ਨਾਮ ਦੇ ਨਾਲ ਹੀ ਜੀਵਨ ਹੈ, ਨਾਮ ਤੋਂ ਬਿਨਾਂ ਅਸੀਂ ਮਰਦੇ ਹਾਂ। ਅਤੇ ਇਸ ਦੇ ਨਾਮ ਸਿਮਰਨ ਦੇ ਨਾਲ ਹੀ ਸਾਡਾ ਤਨ ਅਤੇ ਮਨ ਉਹ ਹਰਿਆ, ਖਿੜ ਜਾਂਦਾ ਹੈ। ਇਸ ਪ੍ਰਕਾਰ ਨਾਲ ਜਿਨ੍ਹਾਂ ਨੂੰ ਸਤਿਗੁਰਾਂ ਕੋਲੋਂ ਪ੍ਰਾਪਤੀ ਹੋ ਗਈ, ਉਹਨਾਂ ਨੇ ਤਾਂ ਇਸ ਪ੍ਰਕਾਰ ਨਾਲ ਸਤਿਗੁਰਾਂ ਅੱਗੇ ਨਿਮਰਤਾ ਸਹਿਤ ਬੇਨਤੀਆਂ ਕਰਨੀਆਂ ਹਨ ਕਿ ਅਸੀਂ ਕਿਸੇ ਵੀ ਯੋਗ ਨਹੀਂ ਸੀ। ਸਤਿਗੁਰੂ ਤੁਸੀਂ ਆਪਣੀ ਗੁਰਸਿੱਖੀ ਸਾਨੂੰ ਬਖਸ਼ੀ, ਤੁਸੀਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕਰ ਦਿੱਤੀ, ਤੁਸੀਂ ਅਮਿਤ ਹੀ ਮਿਹਰ ਕੀਤੀ, ਸਾਨੂੰ ਤਾਂ ਆਪਣੀ ਸਤ ਸੰਗਤ ਬਖਸ਼ਿਸ਼ ਕੀਤੀ। ਐਸੀ ਤੁਸੀਂ ਮਿਹਰ ਕਰ ਦਿੱਤੀ। ਅਸੀਂ ਯੋਗ ਨਹੀਂ ਸਾਂ, ਅਸੀਂ ਕਥਾ ਕਰਨ ਦੇ ਯੋਗ ਨਹੀਂ ਸੀ, ਅਸੀਂ
ਸਤ ਸੰਗਤ ਵਿੱਚ ਆਣ ਕਰਕੇ ਕਥਾ ਸੁਣਨ ਦੇ ਯੋਗ ਨਹੀਂ ਸੀ, ਤੁਸੀਂ ਐਸੀ ਕਿਰਪਾ ਕੀਤੀ ਸਤਿਗੁਰੂ, ਸਾਨੂੰ ਕਥਾ ਕਰਨ ਦੇ ਯੋਗ ਬਣਾ ਦਿੱਤਾ। ਜੋ ਸੋਦਰ ਰਹਿਰਾਜ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ, ਇਹ ਸਤਿਗੁਰੂ ਤੁਸੀਂ ਬਖਸ਼ਿਸ਼ ਕੀਤੀ, ਤੇਰਾ ਕੀਤਾ ਜਾਤੋ ਨਹੀਂ, ਅਸੀਂ ਤੁਹਾਡਾ ਕੀਤਾ ਨਹੀਂ ਜਾਣਿਆ। ਤੁਸੀਂ ਸਾਡੇ ਤੇ ਤਰਸ ਪਿਆ, ਤੁਸੀਂ ਤਰਸ ਕਰਕੇ ਹੀ ਤੁਹਾਨੂੰ ਆਪ ਹੀ ਸਾਡੇ ਤੇ ਤਰਸ ਆ ਗਿਆ। ਇਸ ਪ੍ਰਕਾਰ ਨਾਲ ਅਤੇ ਜਿਨ੍ਹਾਂ ਤੇ ਹਜੇ ਬਖਸ਼ਿਸ਼ ਨਹੀਂ ਹੋਈ ਨਾ, ਆਪਣੇ ਤੇ ਆਪਾਂ ਵੀ ਬੇਨਤੀਆਂ ਕਰੀ ਕਿ ਸਤਿਗੁਰੂ ਸਾਨੂੰ ਵੀ, ਸਾਡੇ ਤੇ ਵੀ ਅਮਿਤ ਮਿਹਰ ਕਰੋ, ਸਾਡੇ ਤੇ ਵੀ ਤਰਸ ਕਰੋ ਤੇ ਸਾਨੂੰ ਵੀ ਗੁਰਸਿੱਖੀ ਬਖਸ਼ੋ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਤੇ ਆਪਣਾ ਨਾਮ ਰੂਪੀ ਜੋ ਚਰਨ ਹੈ ਉਹਨਾਂ ਦੇ ਵਿੱਚ ਸਾਨੂੰ ਨਿਵਾਸ ਬਖਸ਼ਿਸ਼ ਕਰੋ। ਸਾਨੂੰ ਨਾਮ ਦੀ ਦਾਤ ਬਖਸ਼ੋ, ਜਿਹਦੇ ਨਾਲ ਫਿਰ ਸਾਡਾ ਜੀਵਨ ਅਸੀਂ ਜੀ ਪਈਏ ਤੇ ਸਾਡਾ ਵੀ ਤਨ ਮਨ ਹਰਿਆ ਹੋ ਸਕੇ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ। ਇਹ ਸਾਧ ਸੰਗਤ ਜੋ ਪੌੜੀ ਆ ਰਹੀ ਹੈ, ਇਹ ਜੋ ਰਾਮਕਲੀ ਕੀ ਵਾਰ ਅੰਦਰ ਪੰਜਵੇਂ ਪਾਤਸ਼ਾਹ ਜੀ ਦੀ ਜੋ ਰਾਮਕਲੀ ਕੀ ਵਾਰ ਹੈ, ਉਸ ਦੇ ਅੰਦਰ ਜਿਹੜੀ ਸ਼ੁਰੂ ਹੁੰਦੀ ਹੈ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਇਸ ਵਾਰ ਦੇ ਅੰਦਰ ਜੋ ਇਹ ਪੌੜੀ ਆ ਰਹੀ ਹੈ, ਉਹ ਸਤਿਗੁਰਾਂ ਦਾ ਬਚਨ ਆਉਂਦਾ ਹੈ ਕਿ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਕਿ ਹੇ ਪਰਮੇਸ਼ਰ ਜਿੱਥੇ ਕੋਈ ਨਹੀਂ ਨਾ ਹੁੰਦਾ ਸਹਾਇਤਾ ਕਰਨ ਵਾਲਾ ਇਸ ਸੰਸਾਰ ਦੇ ਅੰਦਰ, ਤਿੱਥੈ ਤੂੰ ਸਮਰੱਥ, ਉੱਥੇ ਤੁਸੀਂ ਸਮਰੱਥ ਹੋ ਕਰਕੇ ਇਹ ਸਹਾਇਤਾ ਕਰਦੇ ਹੋ, ਜੀਵ ਦੀ ਤੁਸੀਂ ਰੱਖਿਆ ਕਰਦੇ ਹੋ। ਜਿੱਥੇ ਕੋਈ ਵੀ ਰੱਖਿਅਕ, ਕੋਈ ਵੀ ਸਹਾਇਕ ਨਹੀਂ ਹੁੰਦਾ, ਉਹ ਕਿੱਥੇ ਨਹੀਂ ਕੋਈ ਸਹਾਇਕ ਹੁੰਦਾ, ਕਿੱਥੇ ਕੋਈ ਨਹੀਂ ਸਹਾਇਤਾ ਕਰਨ ਵਾਲਾ, ਉਹ ਅੱਗੇ ਦੱਸ ਰਹੇ ਹਨ। ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਅਗਨੀ ਉਦਰ ਮਾਹੇ, ਜੋ ਉਦਰ ਦੀ ਮਾਤਾ ਦੇ ਗਰਭ ਦੀ ਜਿਹੜੀ ਅਗਨੀ ਹੈ, ਉੱਥੇ ਤਾਂ ਕੋਈ ਰਖਵਾਲੀ ਕਰਨ ਵਾਲਾ ਨਹੀਂ ਹੁੰਦਾ, ਉਸ ਅੱਗ ਤੋਂ ਬਚਾਉਣ ਵਾਲਾ। ਫਿਰ ਉੱਥੇ ਸਤਿਗੁਰੂ ਕਹਿੰਦੇ ਕਿ ਹੇ ਪਰਮੇਸ਼ਰ, ਇਹ ਉੱਥੇ ਤੇਰੀ ਰੱਖ, ਤੁਹਾਡੀ ਉੱਥੇ ਰਖਵਾਲੀ ਹੁੰਦੀ ਹੈ। ਅਗਨੀ ਉਦਰ ਮਾਹੇ, ਮਾਤਾ ਦੇ ਉਦਰ ਮਹਿ, ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਕਿ ਮਾਤਾ ਦੇ ਗਰਭ ਅੰਦਰ ਤੁਸੀਂ ਆਪਣਾ ਸਿਮਰਨ ਦੇ ਕਰਕੇ ਤੇ ਉੱਥੇ ਰਖਵਾਲੀ ਕਰਦੇ ਹੋ ਜੀਵ ਦੀ। ਇਸੇ ਪ੍ਰਕਾਰ ਨਾਲ ਇਹ ਸੰਸਾਰ ਦੇ ਅੰਦਰ ਮਾਇਆ ਦੀ ਅਗਨੀ ਹੈ, ਇਸ ਦੇ ਵਿੱਚੋਂ ਵੀ ਫਿਰ ਸਿਮਰਨ ਦੇ ਨਾਲ ਹੀ ਇਹ ਬਚਿਆ ਜਾ ਸਕਦਾ ਹੈ, ਜੀਵ ਜਿਉਂਦਾ ਰਹਿ ਸਕਦਾ ਹੈ ਪਰਮੇਸ਼ਰ ਦੇ ਸਿਮਰਨ ਦੇ ਨਾਲ। ਇਸ ਪ੍ਰਕਾਰ ਨਾਲ ਸਤਿਗੁਰੂ ਕਹਿੰਦੇ ਵੀ ਜਿਸ ਪ੍ਰਕਾਰ ਨਾਲ ਜੋ ਮਾਤਾ ਦੇ ਉਦਰ ਵਿੱਚ ਤੁਸੀਂ ਸਹਾਇਤਾ ਕਰਦੇ ਹੋ, ਉੱਥੇ ਕੋਈ ਸਹਾਇਕ ਨਹੀਂ ਹੁੰਦਾ, ਤੁਸੀਂ ਆਪਣਾ ਸਿਮਰਨ ਦੇ ਕਰਕੇ ਉੱਥੇ ਜੀਵ ਦੀ ਸਹਾਇਤਾ ਕਰਦੇ ਹੋ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਅਤੇ ਫਿਰ ਦੂਸਰਾ ਕਾਰਜ ਜੋ ਜਮਾਂ ਦੇ ਦੂਤਾਂ ਤੋਂ ਜੋ ਮਦਦ ਕਰਦਾ, ਉੱਥੇ ਕੋਈ ਨਹੀਂ ਹੁੰਦਾ, ਉੱਥੇ ਤਾਂ ਕੇਵਲ ਪਰਮੇਸ਼ਰ ਦਾ ਨਾਮ ਹੀ ਛਡਾਵੇਗਾ। ਸਤਿਗੁਰੂ ਕਹਿੰਦੇ ਵੀ ਸੁਣ ਕੇ ਜਮ ਕੇ ਦੂਤ, ਜਿਹੜੇ ਜਮਾਂ ਦੇ ਦੂਤ ਹਨ ਨਾ, ਜਮ ਦੂਤ, ਉਹ ਤੁਹਾਡਾ ਨਾਮ ਸੁਣ ਕੇ ਇਹ ਪਰਮੇਸ਼ਰ ਨਾਏ ਤੇਰਾ ਛੱਡ ਜਾਹੇ, ਉਹ ਜੀਵ ਨੂੰ ਫਿਰ ਛੱਡ ਜਾਂਦੇ ਹਨ, ਉਸ ਦਾ ਖਹਿੜਾ, ਉਸ ਨੂੰ ਤੰਗ ਨਹੀਂ ਕਰਦੇ ਤੁਹਾਡਾ ਨਾਮ ਸੁਣ ਕੇ। ਕਿਉਂਕਿ ਜਿਸ ਜੀਵ ਦੇ ਹਿਰਦੇ ਅੰਦਰ ਨਾਮ ਹੁੰਦਾ ਹੈ ਨਾ, ਫਿਰ ਉਸ ਨੂੰ ਫਿਰ ਜਮਦੂਤ ਵੀ ਉਸ ਨੂੰ ਤੰਗ ਨਹੀਂ ਕਰਦੇ, ਉਹ ਵੀ ਛੱਡ ਜਾਂਦੇ ਹਨ। ਭਉਜਲ ਬਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਹੇ। ਜੋ ਭਉਜਲ, ਜੋ ਇਹ ਭੈਦਾਇਕ ਅਤੇ ਬਿਖਮ, ਜੋ ਕਠਿਨ ਅਸਗਾਹ, ਇਹ ਸਮੁੰਦਰ ਹੈ ਜੋ ਸੰਸਾਰ, ਭੈਦਾਇਕ ਕਠਿਨ ਉਹ ਜੋ ਸਮੁੰਦਰ ਹੈ, ਇਹ ਸੰਸਾਰ ਕਿਵੇਂ ਤਰੀਦਾ ਹੈ ਜੀ? ਗੁਰ ਸ਼ਬਦੀ ਪਾਰ ਪਾਹੇ। ਫਿਰ ਇਹ ਜਿਹੜੀ ਪਾਰ ਪੈਣਾ ਹੈ ਨਾ, ਇਹ ਗੁਰ ਸ਼ਬਦੀ, ਸਤਿਗੁਰਾਂ ਦੇ ਸ਼ਬਦ ਦੀ ਰਾਹੀਂ, ਸਤਿਗੁਰਾਂ ਦੇ ਨਾਮ ਦੀ ਬੇੜੀ ਰਾਹੀਂ, ਸਤਿਗੁਰਾਂ ਦੇ ਨਾਮ ਦੇ ਜਹਾਜ਼ ਦੇ ਰਾਹੀਂ। ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ। ਇਹ ਜੋ ਨਾਮ ਦਾ ਜਹਾਜ਼ ਹੈ ਨਾ, ਫਿਰ ਗੁਰ ਸ਼ਬਦੀ, ਇਹਦਾ ਵਾਹਿਗੁਰੂ ਸ਼ਬਦ ਹੈ, ਇਸ ਨੂੰ ਸਿਮਰ ਸਿਮਰ ਕੇ ਇਹਦੇ ਉੱਪਰ ਫਿਰ ਸਵਾਰ ਹੋ ਕਰਕੇ ਤੇ ਪਾਰ ਪਾਹੇ, ਫਿਰ ਇਹ ਪਾਰ ਲੰਘਿਆ ਜਾ ਸਕਦਾ ਹੈ। ਇਹ ਜੋ ਬਿਖਮ ਕਠਿਨ ਇਹ ਜੋ ਸਮੁੰਦਰ ਹੈ ਸੰਸਾਰ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸਈ ਖਾਹੇ। ਜਿਨ੍ਹਾਂ ਨੂੰ ਫਿਰ ਇਹ ਪਿਆਸ ਲੱਗ ਆਉਂਦੀ ਆ ਪਰਮੇਸ਼ਰ ਦੇ ਨਾਮ ਦੀ, ਉਹ ਫਿਰ ਅੰਮ੍ਰਿਤ ਸੇ ਖਾਹੇ, ਉਹ ਫਿਰ ਇਸ ਨੂੰ ਛਕਣਾ ਕਰਦੇ ਹਨ। ਕਿਉਂਕਿ ਸਾਧ ਸੰਗਤ, ਜੇਕਰ ਆਪਾਂ ਨੂੰ ਪਿਆਸ ਨਾ ਲੱਗੀ ਹੋਵੇ, ਭੁੱਖ ਨਾ ਲੱਗੀ ਹੋਵੇ, ਤੇ ਨਾ ਤਾਂ ਆਪਾਂ ਜਲ ਛਕਦੇ ਹਾਂ ਤੇ ਨਾ ਹੀ ਭੋਜਨ ਛਕਦੇ ਹਾਂ। ਇਹ ਪਿਆਸ ਲੱਗੀ ਹੋਵੇ ਫੇਰ ਹੀ ਜਲ ਛਕਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਫਿਰ ਜੇਕਰ ਹਜੇ ਭੁੱਖ ਨਹੀਂ ਲੱਗੀ, ਇਹਦਾ ਮਤਲਬ ਤੂੰ ਬਿਮਾਰ ਹੈ, ਤੇ ਬਿਮਾਰ ਨੇ ਸਹੀ ਕਿਸ ਤਰੀਕੇ ਨਾਲ ਹੋਣਾ, ਜੇ ਨਾਮ ਰੂਪੀ ਔਸ਼ਧੀ ਹੈ ਉਹਦੇ ਨਾਲ ਇਹ ਤੰਦਰੁਸਤ ਹੋਊਗਾ। ਇਸ ਨੂੰ ਭੁੱਖ ਲੱਗੇਗੀ, ਤੇ ਜਦੋਂ ਭੁੱਖ ਲੱਗੀ ਉਹ ਤੇ ਭੁੱਖ ਹੈ, ਖਾਏ ਚੱਲੀਆ ਦੁੱਖ। ਫਿਰ ਜਿਸ ਸਮੇਂ ਭੁੱਖ ਲੱਗ ਗਈ ਨਾ, ਫਿਰ ਇਹ ਕੀ ਕਰੂਗਾ? ਅੰਮ੍ਰਿਤ ਸੇ ਖਾਏ, ਫਿਰ ਉਦੋਂ ਅੰਮ੍ਰਿਤ ਛਕੂਗਾ ਤੇ ਇਹਦੇ ਸਾਰੇ ਦੁੱਖ ਮਿਟਣਗੇ। ਸਤਿਗੁਰੂ ਕਹਿੰਦੇ ਹੈ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਏ। ਜੋ ਅੰਮ੍ਰਿਤ ਰੂਪੀ ਪਦਾਰਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਬਿਰਾਜਮਾਨ ਹੈ, ਫਿਰ ਉਹ ਇਸ ਨੂੰ ਛਕਣਾ ਕਰਦੇ ਹਨ।
ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ। ਕਲ ਮਹਿ ਇਹੋ ਪੁੰਨ, ਸਤਿਗੁਰੂ ਫਰਮਾਉਂਦੇ ਵੀ ਕਲ ਕੇਵਲ ਨਾਮ ਆਧਾਰ। ਜਿਹੜਾ ਕਲਯੁਗ ਦੇ ਅੰਦਰ ਤੇ ਕੇਵਲ ਨਾਮ ਦਾ ਹੀ ਆਸਰਾ ਹੈ, ਕਿਉਂਕਿ ਸਾਧ ਸੰਗਤ ਜਿਹਦਾ ਰਾਜ ਹੋਵੇ ਨਾ ਉਹਦੇ ਹੀ ਗੁਣ ਗਾਏ ਜਾਂਦੇ ਹਨ। ਜਿਸ ਸਮੇਂ ਸਤਿਯੁਗ ਤ੍ਰੇਤੇ ਦੁਆਪਰ ਦੇ ਵਿੱਚ ਜਿਨ੍ਹਾਂ ਦਾ ਰਾਜ ਸੀ ਉਹਨਾਂ ਦਾ ਸਿਮਰਨ ਕਰਿਆ ਛੁੱਟ ਜਾਈਦਾ ਸੀ, ਪਰ ਕਲਯੁਗ ਦੇ ਅੰਦਰ ਤੇ ਗੁਰੂ ਨਾਨਕ ਮਹਾਰਾਜ ਦਾ ਰਾਗ ਹੈ ਨਾ, ਰਾਜ ਹੈ ਨਾਨਕ ਰਾਜ ਚਲਾਇਆ। ਇਸ ਪ੍ਰਕਾਰ ਨਾਲ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਰਾਜ ਚਲਾਉਣਾ ਕੀਤਾ ਹੈ। ਕਲ ਮਹਿ ਇਹੋ ਪੁੰਨ, ਹੁਣ ਇੱਕੋ ਹੀ ਪੁੰਨ ਹੈ ਜੋ ਸ੍ਰੇਸ਼ਟ ਪੁੰਨ ਹੈ ਕਲਯੁਗ ਦੇ ਅੰਦਰ। ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਜੋ ਗੋਬਿੰਦ ਦੇ ਗੁਣ ਗਾਉਣੇ ਹਨ ਨਾ, ਇਹ ਕਲਯੁਗ ਦੇ ਵਿੱਚ ਤਾਂ ਇਹੀ ਕੰਮ ਆਉਣਾ ਹੈ। ਕਿਉਂਕਿ ਪਿਛਲੇ ਸਮਿਆਂ ਦੇ ਅੰਦਰ ਜੋ ਦਾਨ ਪੁੰਨ ਠਾਠ ਤਪ ਕਰਨੇ, ਇਹ ਆਦਿਕ ਜੋ ਕਰਮ ਸੀ ਇਹਨਾਂ ਨਾਲ ਛੁੱਟਿਆ ਜਾ ਸਕਦਾ ਸੀ, ਪਰ ਜੇਕਰ ਕਲਯੁਗ ਦੇ ਅੰਦਰ ਗੁਰੂ ਨਾਨਕ ਮਹਾਰਾਜ ਦਾ ਰਾਜ ਤੇ ਗੁਰੂ ਨਾਨਕ ਮਹਾਰਾਜ ਦੇ ਦਰ ਤੇ ਫਿਰ ਜੋ ਇਹ ਗੋਬਿੰਦ ਦਾ ਨਾਮ ਹੀ ਹੈ ਨਾ, ਗੋਬਿੰਦ ਦੇ ਗੁਣ ਗਾਉਣੇ ਹਨ, ਇਹੀ ਸ੍ਰੇਸ਼ਟ ਹਨ। ਜੋ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਤੇ ਹਨ ਨਾ, ਕਲਯੁਗ ਦੇ ਅੰਦਰ ਕੀਰਤੀ ਜੋ ਗੁਣ ਗਾਉਣੇ ਹਨ ਨਾ, ਗੁਣ ਗੋਬਿੰਦ ਗਾਹੇ, ਇਹੋ ਕੀਰਤਨ ਇਹੀ ਆਧਾਰ ਹੈ, ਇਹੀ ਆਸਰਾ ਹੈ। ਇਸ ਦੇ ਨਾਲ ਹੀ ਜੋ ਇਹ ਪੁੰਨ ਕਰਮ ਕਰਕੇ ਜੋ ਕਲਯੁਗ ਦੇ ਅੰਦਰ ਤਰਿਆ ਜਾ ਸਕਦਾ ਹੈ। ਸਭਸੇ ਨੋ ਕਿਰਪਾਲ ਸਮਾਲੇ ਸਾਹੇ ਸਾਹੇ। ਸਭਸੈ ਨੂੰ ਕਿਰਪਾਲ, ਜਿਹੜਾ ਕਿਰਪਾਲ ਉਹ ਪਰਮੇਸ਼ਰ ਹੈ ਨਾ, ਕਿਰਪਾ ਕਰਨ ਵਾਲਾ, ਕਿਰਪਾ ਦਾ ਖਜ਼ਾਨਾ। ਸਭਸੈ ਨੂੰ ਸੰਭਾਲੇ, ਉਹ ਸਾਰੇ ਜੀਵਾਂ ਨੂੰ, ਸਾਰੇ ਸੰਸਾਰ ਨੂੰ ਸੰਭਾਲੇ। ਸਾਹੇ ਸਾਹੇ, ਹਰੇਕ ਸਾਹ ਦੇ ਨਾਲ, ਸਾਸ ਸਾਸ ਉਹ ਪਰਮੇਸ਼ਰ ਰਖਵਾਲੀ ਕਰਦਾ ਹੈ, ਸਾਰੇ ਜੀਵਾਂ ਨੂੰ ਸੰਭਾਲਦਾ ਹੈ, ਉਹਨਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ ਸਾਸ ਸਾਸ ਦੇ ਨਾਲ। ਬਿਰਥਾ ਕੋਈ ਨਾ ਜਾਏ ਜੀ ਆਵੇ ਤੁਧ ਆਹੇ। ਅਤੇ ਸਤਿਗੁਰੂ ਫਰਮਾਉਂਦੇ ਬਿਰਥਾ ਕੋਈ ਨਾ ਜਾਏ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਜੋ ਸਤਿਗੁਰਾਂ ਦੀ ਸ਼ਰਣੀ ਆਉਂਦਾ ਨਾ, ਜੋ ਆਵੈ, ਜੋ ਤਿਸ ਕੀ ਸਰਣੀ ਆਵੈ, ਭਾਵ ਜੋ ਸਤਿਗੁਰਾਂ ਦੀ ਸ਼ਰਨ ਆਉਂਦਾ ਫਿਰ ਖਾਲੀ ਨਹੀਂ ਜਾਂਦਾ। ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ, ਜਿਹੜਾ ਤੁਹਾਡੀ ਇਹ ਪਰਮੇਸ਼ਰ ਆਹੇ ਸ਼ਰਨ ਦੇ ਵਿੱਚ ਆ ਜਾਂਦਾ ਹੈ, ਫਿਰ ਉਹ ਇੱਥੋਂ ਕਦੀ ਬਿਰਥਾ ਖਾਲੀ ਨਹੀਂ ਜਾਂਦਾ, ਉਹ ਦਾਤਾਂ ਪ੍ਰਾਪਤ ਕਰਕੇ ਹੀ ਜਾਂਦਾ ਹੈ। ਚਾਹੇ ਉਹ ਦੁਨਿਆਵੀ ਹੋਣ ਤੇ ਚਾਹੇ ਉਹ ਫਿਰ ਨਾਮ ਦੀ ਦਾਤ ਤੇ ਸਤ ਸੰਗਤ ਦੀ ਦਾਤ ਹੋਵੇ ਨਾ, ਗੁਰਸਿੱਖੀ ਦੀ ਦਾਤ ਅਤੇ ਅੰਮ੍ਰਿਤ ਦੀ ਦਾਤ, ਉਹ ਵੀ ਉਸ ਨੂੰ, ਇਹ ਜੀਵ ਨੂੰ ਇਹ ਸਤਿਗੁਰਾਂ ਦੇ ਦਰ ਤੋਂ ਮਿਲ ਜਾਂਦੀ ਹੈ, ਇਹ ਬਿਰਥਾ ਖਾਲੀ ਨਹੀਂ ਜਾਂਦਾ। ਇਸੇ ਪ੍ਰਕਾਰ ਸਤਿਗੁਰ ਫਰਮਾਉਂਦੇ ਵੀ ਸਭਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਜਿਹੜਾ ਉਹ ਪਰਮੇਸ਼ਰ ਸਭਸੈ ਨੂੰ ਕਿਰਪਾਲ, ਸਾਰਿਆਂ ਦੇ ਉੱਤੇ ਕਿਰਪਾਲਤਾ ਕਰਨ ਵਾਲਾ ਹੈ, ਸਾਰਿਆਂ ਨੂੰ ਸੰਭਾਲਣ ਵਾਲਾ ਹੈ, ਅਤੇ ਉਹ ਫਿਰ ਸੰਭਾਲੇ ਸਾਹੇ ਸਾਹੇ, ਉਸ ਨੂੰ ਫਿਰ ਹਰੇਕ ਸਾਹ ਦੇ ਨਾਲ ਸਾਨੂੰ ਸੰਭਾਲਣਾ ਚਾਹੀਦਾ ਹੈ, ਉਸ ਨੂੰ ਸਿਮਰਨਾ ਚਾਹੀਦਾ ਹੈ ਹਰੇਕ ਸਾਹ ਦੇ ਨਾਲ। ਅਤੇ ਬਿਰਥਾ ਕੋਈ ਨਾ ਜਾਏ, ਤੇ ਕੋਈ ਸਵਾਸ ਬਿਰਥਾ ਨਹੀਂ ਜਾਣਾ ਚਾਹੀਦਾ। ਐਸਾ ਨਾ ਹੋਵੇ ਕੋਈ ਸਵਾਸ ਬਿਨਾਂ ਪਰਮੇਸ਼ਰ ਨੂੰ ਚੇਤਾ ਕੀਤਿਆਂ ਲੰਘ ਜਾਵੇ। ਜੇ ਆਵੈ ਤੁਧ ਆਹੇ, ਤੇ ਸਤਿਗੁਰਾਂ ਅੱਗੇ ਅਰਦਾਸ ਕਰ ਰਹੇ ਹਨ ਸਤਿਗੁਰੂ ਕਿ ਜੇ ਆਵੈ, ਤੇ ਜੇ ਕੋਈ ਸਵਾਸ ਆਵੇ ਤੁਧ ਆਹੇ, ਤੁਹਾਡੇ ਨਾਲ ਹੀ ਸਵਾਸ ਆਵੇ, ਸਵਾਸ ਦੇ ਨਾਲ ਤੁਹਾਡਾ ਹੀ ਸਿਮਰਨ ਹੋਵੇ। ਜੇ ਆਵੈ ਭਾਵ ਜੇ ਆਉਣਾ ਸਵਾਸ ਤਾਂ ਨਾਮ ਸਿਮਰਨ ਦੇ ਨਾਲ ਹੀ ਆਵੇ, ਨਹੀਂ ਤਾਂ ਨਾ ਆਵੇ। ਇਹ ਸਤਿਗੁਰੂ ਇੱਥੇ ਫਰਮਾਉਂਦੇ ਹਨ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ। ਹਰੇਕ ਸਾਹ ਦੇ ਨਾਲ ਪਰਮੇਸ਼ਰ ਪ੍ਰਤਪਾਲਨਾ ਕਰਦਾ ਹੈ। ਇਸ ਪ੍ਰਕਾਰ ਨਾਲ ਹਰੇਕ ਸਵਾਸ ਫਿਰ ਆਪਾਂ ਨੂੰ ਉਸ ਪਰਮੇਸ਼ਰ ਨੂੰ ਵੀ ਯਾਦ ਕਰਨਾ ਚਾਹੀਦਾ ਹੈ। ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ। ਅੰਤਰ ਗੁਰ ਆਰਾਧਨਾ, ਇਹ ਜੋ ਸਾਧ ਸੰਗਤ ਸ਼ਬਦ ਹੈ, ਇਹ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੋ ਰਾਗ ਗੁਜਰੀ ਦੇ ਅੰਦਰ ਜੋ ਵਾਰ ਹੈ ਸਤਿਗੁਰਾਂ ਦੀ, ਉਸ ਦੇ ਵਿੱਚੋਂ ਇਹ ਸ਼ਬਦ ਆ ਰਿਹਾ ਹੈ। ਅੰਤਰ ਗੁਰ ਆਰਾਧਨਾ, ਜੋ ਅੰਦਰ ਹਿਰਦੇ ਅੰਦਰ ਪਰਮੇਸ਼ਰ ਦੀ ਆਰਾਧਨਾ, ਉਸ ਦਾ ਸਿਮਰਨ ਕਰਨਾ, ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਜਿਹਵਾ ਜਪ ਗੁਰ ਨਾਉ, ਅਤੇ ਜਿਹਵਾ ਜ਼ੁਬਾਨ ਦੇ ਨਾਲ ਪਰਮੇਸ਼ਰ ਦਾ ਗੁਰੂ ਦਾ ਜੋ ਨਾਮ ਹੈ, ਉਹ ਵਾਹਿਗੁਰੂ ਨਾਮ ਉਹ ਜਪਣਾ ਚਾਹੀਦਾ ਹੈ। ਸਤਿਗੁਰੂ ਫਰਮਾਉਂਦੇ ਹਨ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਤੂੰ ਹੋਰ ਰਸਾਂ ਦੇ ਅੰਦਰ ਰਚੀ ਹੋਈ ਹੈ, ਦੁਨਿਆਵੀ ਰਸਾਂ ਨੂੰ ਖਾਣ ਪੀਣ ਦੇ ਅੰਦਰ ਤੇਰੀ ਪਿਆਸ ਨਹੀਂ ਮੁੱਕਣੀ। ਇਹ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ, ਤੇ ਤੇਰੀ ਓਨਾ ਚਿਰ ਪਿਆਸ ਦੁਨਿਆਵੀ ਪਦਾਰਥਾਂ ਨੂੰ ਭੋਗਣ ਦੀ ਖਤਮ ਨਹੀਂ ਹੋਣੀ ਜਿੰਨਾ ਚਿਰ ਤੂੰ ਹਰੀ ਪਰਮੇਸ਼ਰ ਨੂੰ ਪੱਲੇ ਵਿੱਚ ਨਹੀਂ ਪਾ ਲੈਂਦੀ, ਹਰੀ ਪਰਮੇਸ਼ਰ ਦਾ ਨਾਮ ਨਹੀਂ ਜਪ ਲੈਂਦੀ। ਹਰ ਰਸ ਪਾਏ ਪੱਲੇ
ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗੇ ਆਏ। ਫਿਰ ਜਦੋਂ ਹਰੀ ਦੇ ਰਸ ਨੂੰ ਤੂੰ ਪੱਲੇ ਪਾਲਿਆ ਨਾ, ਜੋ ਹਰੀ ਦੇ ਰਸ ਪਰਮੇਸ਼ਰ ਦਾ ਜੋ ਨਾਮ ਸਿਮਰਨ ਰੂਪੀ ਰਸ ਹੈ, ਜੋ ਸਿਮਰਨ ਦੇ ਨਾਲ ਜੋ ਰਸ ਆਵੇਗਾ, ਜੇ ਤੂੰ ਉਹ ਪਾਲਿਆ ਤੇ ਫਿਰ ਇਹ ਜਿਹੜੇ ਦੁਨਿਆਵੀ ਰਸ ਹਨ ਨਾ ਤੇਰੇ, ਉਹ ਸਾਰੇ ਤੈਨੂੰ ਵਿਸਰ ਜਾਣਗੇ, ਇਹ ਸਾਰੇ ਖਤਮ ਹੋ ਜਾਣਗੇ। ਇਸ ਪ੍ਰਕਾਰ ਕਹਿੰਦੇ ਵੀ ਸਤਿਗੁਰੂ ਫਰਮਾਉਂਦੇ ਸ਼੍ਰਵਣੀ ਸੁਣਨਾ ਜਿਹਵਾ ਜਪ ਗੁਰੂ ਨਾਉ, ਕਿ ਜਿਹਵਾ ਦੇ ਨਾਲ ਜ਼ੁਬਾਨ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਨੇਤਰੀ ਸਤਿਗੁਰ ਪੇਖਣਾ, ਨੇਤਰੀ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ, ਜੋ ਪ੍ਰਤੱਖ ਦਰਸ਼ਨ ਕਰਨੇ ਹਨ, ਇਹ ਅੱਖਾਂ ਦੇ ਨਾਲ ਇਹ ਦਰਸ਼ਨ ਕਰਨੇ ਚਾਹੀਦੇ ਹਨ। ਇਹ ਤਾਂ ਹੀ ਨੇਤਰ ਜਿਹੜੇ ਹਨ ਇਹ ਸਫਲੇ ਹੋਣਗੇ। ਜਿਸ ਪ੍ਰਕਾਰ ਗੁਰਬਾਣੀ ਆਪਾਂ ਨੂੰ ਕੰਠ ਹੁੰਦੀ ਹੈ, ਆਪਾਂ ਅੱਖਾਂ ਨੇਤਰ ਬੰਦ ਕਰਕੇ ਗੁਰਬਾਣੀ ਪੜ੍ਹ ਲੈਂਦੇ ਹਾਂ, ਮੁਬਾਰਕ ਹੈ, ਬਹੁਤ ਚੰਗੀ ਗੱਲ। ਪਰ ਸਤਿਗੁਰੂ ਕਹਿੰਦੇ ਵੀ ਨੇਤਰੀ ਸਤਿਗੁਰੂ ਪੇਖਣਾ, ਸਤਿਗੁਰਾਂ ਦੇ ਦਰਸ਼ਨ ਵੀ ਕਰਨੇ ਚਾਹੀਦੇ ਹਨ। ਜਿਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਆਪਾਂ ਪੰਨਿਆਂ ਨੂੰ ਆਪਾਂ ਅੰਗ ਕਹਿ ਕੇ ਸੰਬੋਧਨ ਕਰਦੇ ਹਾਂ, ਤੇ ਸਤਿਗੁਰਾਂ ਦੇ ਅੰਗ ਹਨ। ਫਿਰ ਇਹ ਸਤਿਗੁਰਾਂ ਦੇ ਜੋ ਦਰਸ਼ਨ ਹਨ, ਜਿਹੜੇ ਅੱਖਰ ਹੈ ਉਹ ਸਤਿਗੁਰਾਂ ਦਾ, ਉਸ ਦੇ ਅੰਦਰੋਂ ਦਰਸ਼ਨ ਕਰਨਾ ਹੈ। ਸੋ ਪ੍ਰਤੱਖ ਗੁਟਕਾ ਸਾਹਿਬ ਤੋਂ ਉੱਪਰੋਂ ਵੀ ਪਾਠ ਕਰਨਾ ਹੈ, ਅਤੇ ਜੋ ਸਤਿਗੁਰਾਂ ਦਾ ਸਹਿਜ ਪਾਠ ਉਹ ਵੀ ਕਰਕੇ ਤੇ ਸਤਿਗੁਰਾਂ ਦੇ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਕਰਨੇ ਹਨ, ਤਾਂ ਜੋ ਇਹ ਨੇਤਰ ਵੀ ਸਫਲ ਹੋ ਜਾਣ। ਆਨੰਦ ਸਾਹਿਬ ਅੰਦਰ ਸਤਿਗੁਰੂ ਫਰਮਾਉਂਦੇ ਹਨ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੁਹਾਡੇ ਅੰਦਰ ਇਹ ਨੇਤਰਾਂ ਦੇ ਅੰਦਰ ਪਰਮੇਸ਼ਰ ਨੇ ਆਪਣੀ ਜੋਤ ਰੱਖੀ ਹੋਈ ਹੈ। ਹਰ ਬਿਨ ਅਵਰ ਨਾ ਦੇਖੋ ਕੋਈ। ਤੁਸੀਂ ਹੁਣ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਦੇਖਣਾ ਨਾ ਕਰੋ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਸਤਿਗੁਰੂ ਕਹਿੰਦੇ ਫਿਰ ਇਹ ਜਿਹੜਾ ਸੰਸਾਰ ਹੈ ਨਾ, ਇਹ ਜੋ ਹਰੀ ਪਰਮੇਸ਼ਰ ਦਾ ਹੀ ਰੂਪ ਹੈ। ਹਰੇਕ ਜੀਵ ਦੇ ਅੰਦਰੋਂ ਤੁਸੀਂ ਪਰਮੇਸ਼ਰ ਨੂੰ ਵੇਖਣਾ ਕਰੋ। ਇੱਥੇ ਸਤਿਗੁਰੂ ਕਹਿੰਦੇ ਆ ਨੇਤਰੀ ਸਤਿਗੁਰੂ ਵੇਖਣਾ, ਅੱਖਾਂ ਦੇ ਨਾਲ ਪ੍ਰਤੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ, ਅਤੇ ਨੇਤਰੀ ਸਤਿਗੁਰੂ ਵੇਖਣਾ, ਅੱਖਾਂ ਦੇ ਨਾਲ ਹਰੇਕ ਜੀਵ ਦੇ ਅੰਦਰ ਉਸ ਪਰਮੇਸ਼ਰ ਵਸਦੇ ਹੋਏ ਨੂੰ ਵੇਖਣਾ ਚਾਹੀਦਾ ਹੈ। ਸ਼੍ਰਵਣੀ ਸੁਣਨਾ ਗੁਰ ਨਾਉ, ਸ਼੍ਰਵਣੀ ਕੰਨਾਂ ਦੇ ਨਾਲ ਗੁਰ ਨਾਉ ਸੁਣਨਾ ਚਾਹੀਦਾ ਹੈ। ਪਰਮੇਸ਼ਰ ਦਾ ਨਾਮ ਸੁਣਨਾ ਚਾਹੀਦਾ ਹੈ, ਜ਼ੁਬਾਨ ਦੇ ਨਾਲ ਉਚਾਰ ਕੇ ਤੇ ਉਸੇ ਨੂੰ ਕੰਨਾਂ ਦੇ ਨਾਲ ਸੁਣਨਾ ਚਾਹੀਦਾ ਹੈ। ਅਥਵਾ ਜੋ ਗੁਰਬਾਣੀ ਦਾ ਪਾਠ ਪੜ੍ਹ ਕੇ ਉਸ ਨੂੰ ਸੁਣਨਾ ਚਾਹੀਦਾ ਹੈ। ਅਥਵਾ ਜੋ ਸਤਿਗੁਰਾਂ ਦੇ ਗੁਣ ਗਾਇਨ ਹੁੰਦੇ ਹਨ, ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਉਸ ਨੂੰ ਗੁਣ ਗਾਇਨ ਕਰਨਾ ਚਾਹੀਦਾ ਹੈ, ਉਸ ਨੂੰ ਸੁਣਨਾ ਚਾਹੀਦਾ ਹੈ, ਤਾਂ ਜੋ ਇਹ ਕੰਨ ਵੀ ਸਫਲੇ ਹੋ ਜਾਣ। ਸਤਿਗੁਰੂ ਫਰਮਾਉਂਦੇ ਹਨ, ਇਹ ਸ਼੍ਰਵਣ ਹੋ ਮੇਰੇ ਹੋ, ਸਾਚੈ ਸੁਣਨੇ ਨੂੰ ਪਠਾਏ। ਉਸ ਸੱਚੇ ਪਰਮੇਸ਼ਰ ਦਾ ਨਾਮ ਸੁਣਨ ਨੂੰ ਤੁਹਾਨੂੰ ਬਣਾਇਆ ਗਿਆ ਹੈ। ਸਾਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਤੁਹਾਡੇ ਸਰੀਰ ਨੂੰ ਇਹ ਕੰਨ ਲਾ ਦਿੱਤੇ ਆ, ਤੁਸੀਂ ਕੀ ਕਰੋ, ਸੁਣੋ ਸਤ ਬਾਣੀ, ਪਰਮੇਸ਼ਰ ਦੀ ਸੱਚੀ ਬਾਣੀ ਸੁਣਨਾ ਕਰੋ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜੀ ਨੂੰ ਸੁਣਨ ਦੇ ਨਾਲ ਜਿਹੜਾ ਮਨ ਅਤੇ ਤਨ ਇਹ ਹਰਿਆ ਖਿੜਿਆ ਹੋ ਜਾਵੇਗਾ। ਇਹ ਸਤਿਗੁਰ ਬਖਸ਼ਿਸ਼ ਕਰਦੇ ਹਨ ਕਿ ਸ਼੍ਰਵਣੀ ਸੁਣਨਾ ਗੁਰ ਨਾਉ। ਇਸ ਸ਼੍ਰਵਣਾ ਦੇ ਨਾਲ ਜਿਹੜੇ ਕੰਨ ਹਨ, ਇਹਨਾਂ ਦੇ ਨਾਲ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਜਸ ਸੁਣਨਾ ਕਰੋ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਏ ਠਾਓ। ਸਤਿਗੁਰੂ ਸੇਤੀ, ਜੋ ਸਤਿਗੁਰਾਂ ਦੇ ਨਾਲ ਫਿਰ ਇਸ ਪ੍ਰਕਾਰ ਨਾਲ ਜਿਹੜੇ ਰੱਤੇ ਜਾਂਦੇ ਹਨ ਨਾ, ਰਚ ਜਾਂਦੇ ਹਨ ਸਤਿਗੁਰਾਂ ਦੇ ਨਾਲ, ਹਰ ਪ੍ਰਕਾਰ ਦੇ ਨਾਲ ਉਹ ਪਰਮੇਸ਼ਰ ਦਾ ਹੀ ਸਰਵਣ ਕਰਦੇ ਹਨ ਜਸ। ਹਿਰਦੇ ਅੰਦਰ ਵੀ, ਅੱਖਾਂ ਦੇ ਨਾਲ ਵੀ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ, ਕੰਨਾਂ ਦੇ ਨਾਲ ਵੀ ਸਤਿਗੁਰਾਂ ਦਾ ਜਸ ਹੀ ਸੁਣਦੇ ਹਨ, ਤੇ ਜਿਹੜੇ ਜਿਹਵਾ ਦੇ ਨਾਲ ਪਰਮੇਸ਼ਰ ਦਾ ਗੁਣ ਉਚਾਰਦੇ ਹਨ ਨਾ, ਫਿਰ ਇਸ ਪ੍ਰਕਾਰ ਨਾਲ ਉਹ ਰੱਤੇ ਜਾਂਦੇ ਹਨ ਸਤਿਗੁਰਾਂ ਦੇ ਅੰਦਰ। ਸਤਿਗੁਰ ਸੇਤੀ ਰੱਤਿਆ, ਫਿਰ ਕੀ ਹੁੰਦਾ ਹੈ, ਦਰਗਹਿ ਪਾਈਏ ਠਾਓ। ਫਿਰ ਉਹਨਾਂ ਨੂੰ ਦਰਗਾਹ ਦੇ ਅੰਦਰ ਜਿਹੜੀ ਠਾਓ ਹੈ ਨਾ, ਟਿਕਾਣਾ, ਉਹ ਮਿਲ ਜਾਂਦਾ ਹੈ, ਤੇ ਉਹਨਾਂ ਦਾ ਫਿਰ ਜਨਮ ਮਰਨ ਇਸ ਪ੍ਰਕਾਰ ਨਾਲ ਨਹੀਂ ਹੁੰਦਾ। ਕਿ ਜਿਵੇਂ ਇੱਕ ਸਮੇਂ ਭਾਈ ਡੱਲੇ ਨੇ, ਭਾਈ ਡੱਲ ਸਿੰਘ, ਜਿਹੜਾ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਡੱਲਾ ਜ਼ਿਕਰ ਆਉਂਦਾ ਹੈ, ਕਿਉਂਕਿ ਉਸ ਸਮੇਂ ਉਸਨੇ ਅੰਮ੍ਰਿਤ ਨਹੀਂ ਸੀ ਛਕਿਆ, ਤੇ ਉਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਸ ਜਿਸ ਸਮੇਂ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਮੇਰੇ ਤੇ ਵੀ ਕਿਰਪਾ ਕਰੋ ਕਿ ਮੈਨੂੰ ਸੱਚਖੰਡ ਦੇ ਅੰਦਰ ਪੀੜੀ ਜਿੰਨੀ ਥਾਂ ਬਖਸ਼ਿਸ਼ ਕਰ ਦਿਓ। ਸਤਿਗੁਰੂ ਫਰਮਾਉਣ ਲੱਗੇ ਕਿ ਇਹ ਤਾਂ ਭਾਈ ਕਾਰਜ ਜਿਹੜਾ ਬੜਾ ਕਠਿਨ ਹੈ, ਵੀ ਉੱਥੇ ਦਰਗਾਹ ਦੇ ਵਿੱਚ ਜਗ੍ਹਾ ਲੈਣੀ ਤਾਂ ਬੜੀ ਔਖੀ ਹੈ, ਇਹ ਨਹੀਂ ਪ੍ਰਾਪਤ ਹੋ ਸਕਦੀ। ਪਰ ਭਾਈ ਡੱਲੇ ਨੇ ਬੇਨਤੀ ਕੀਤੀ ਨਾ ਸਤਿਗੁਰੂ ਕਿ ਨਹੀਂ, ਤੁਸੀਂ ਕਿਰਪਾ ਕਰੋ ਮੇਰੇ ਤੇ, ਵੀ ਮੈਨੂੰ ਬਖਸ਼ਿਸ਼ ਕਰੋ। ਫਿਰ ਸਤਿਗੁਰਾਂ ਨੇ ਫਰਮਾਇਆ ਕਿ ਜੇ ਤੈਨੂੰ
ਦਰਗਾਹ ਦੇ ਅੰਦਰ ਥਾਂ ਚਾਹੀਦੀ ਹੈ ਨਾ, ਜਗ੍ਹਾ ਚਾਹੀਦੀ ਹੈ, ਤੇ ਫਿਰ ਸਤਿਗੁਰਾਂ ਦਾ ਤੂੰ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕਰ, ਇਹ ਫਿਰ ਤੈਨੂੰ ਉੱਥੇ ਜਗ੍ਹਾ ਮਿਲੇਗੀ ਦਰਗਾਹ ਦੇ ਅੰਦਰ। ਫਿਰ ਉਸ ਸਮੇਂ ਇਹ ਭਾਈ ਡੱਲੇ ਨੇ ਅੰਮ੍ਰਿਤ ਛਕ ਕੇ ਤੇ ਭਾਈ ਡੱਲ ਸਿੰਘ ਬਣਿਆ ਸੀ। ਉਹ ਫਿਰ ਇਸ ਨੂੰ ਦਰਗਾਹ ਦੇ ਅੰਦਰ ਸਤਿਗੁਰਾਂ ਨੇ ਫਰਮਾਇਆ ਕਿ ਹੁਣ ਤੈਨੂੰ ਉੱਥੇ ਜਗ੍ਹਾ ਤੇਰੀ ਹੋ ਗਈ ਹੈ ਪੱਕੀ। ਇਸ ਪ੍ਰਕਾਰ ਦੇ ਨਾਲ ਜੋ ਸਤਿਗੁਰ ਸੇਤੀ ਰਤਿਆ, ਸਤਿਗੁਰ ਦੇ ਵਿੱਚ ਰੱਤੇ ਜਾਣ ਨਾਲ, ਪਰਮੇਸ਼ਰ ਦੇ ਨਾਮ ਵਿੱਚ ਰੱਤੇ ਜਾਣ ਨਾਲ, ਅਥਵਾ ਜੋ ਪ੍ਰਤੱਖ ਜੋ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੇ ਨਾਲ ਦਰਗਾਹ ਪਾਈਐ ਠਾਓ, ਫਿਰ ਦਰਗਾਹ ਦੇ ਅੰਦਰ ਜਿਹੜਾ ਥਾਂ ਟਿਕਾਣਾ ਪੱਕਾ ਹੋ ਜਾਂਦਾ ਹੈ। ਅਤੇ ਫਿਰ ਕਹਿਣ ਤੋਂ ਭਾਵ ਸੱਚਖੰਡ ਦੇ ਅੰਦਰ ਨਿਵਾਸ ਹੁੰਦਾ ਹੈ। ਫਿਰ ਆਉਣ ਜਾਣ ਜਨਮ ਮਰਨ ਮੁੱਕ ਜਾਂਦਾ ਹੈ। ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹੋ ਵਥ ਦੇ। ਸਤਿਗੁਰੂ ਫਰਮਾਉਂਦਾ ਹੈ ਕਿਰਪਾ ਕਰੇ, ਜੋ ਪਰਮੇਸ਼ਰ ਜਿਸ ਦੇ ਉੱਪਰ ਕਿਰਪਾ ਕਰ ਦੇਵੇ ਨਾ, ਫਿਰ ਜਿਸ ਨੂੰ ਇਹ ਵਥ ਦੇ। ਫਿਰ ਇਹ ਜਿਹੜੀ ਵਸਤੂ ਹੈ ਨਾ ਪਰਮੇਸ਼ਰ ਦੇ ਨਾਮ ਦੀ, ਅੰਮ੍ਰਿਤ ਨਾਮ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਥਾਲ ਰੂਪੀ ਥਾਲ ਦੇ ਅੰਦਰ ਜੋ ਪਿਆ ਹੈ, ਇਹ ਨਾਮ ਦੀ ਬਖਸ਼ਿਸ਼ ਅਤੇ ਕੰਨਾਂ ਨਾਲ ਸੁਣਨ ਦੀ, ਜਿਹਬਾਂ ਨਾਲ ਉਚਾਰਨ ਕਰਨ ਦੀ, ਨੇਤਰਾਂ ਨਾਲ ਸਤਿਗੁਰਾਂ ਨੂੰ ਵੇਖਣ ਦੀ ਅਤੇ ਹਿਰਦੇ 'ਚ ਸਤਿਗੁਰਾਂ ਨੂੰ ਧਿਆਉਣ ਦੀ ਜੋ ਦਾਤ ਹੈ, ਇਹ ਫਿਰ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਪਰਮੇਸ਼ਰ ਜੋ ਬਖਸ਼ਿਸ਼ ਕਰ ਦਿੰਦਾ ਹੈ, ਜਿਸ ਨੂੰ ਇਹ ਵਥ ਦੇ ਕਿ ਜਿਹਨੂੰ ਇਹ ਪਰਮੇਸ਼ਰ ਇਹ ਵਸਤੂ ਦੇ ਦਿੰਦਾ ਹੈ। ਕਿਰਪਾ ਕਰੇ ਉਹਨਾਂ ਤੇ ਭਾਈ, ਉਹ ਕਿਰਪਾ ਹੀ ਹੋਈ ਹੁੰਦੀ ਹੈ ਪਰਮੇਸ਼ਰ ਦੀ, ਇਹ ਕਿਰਪਾ ਤੋਂ ਬਿਨਾਂ ਨਹੀਂ ਇਹ ਪਦਾਰਥ ਮਿਲਦਾ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ। ਜਗ ਮਹਿ ਉੱਤਮ ਕਾਢੀਐ ਹੈ ਕਿ ਉਸ ਵੇਲੇ ਫਿਰ ਜਗਤ ਦੇ ਵਿੱਚ ਉੱਤਮ ਜਿਹੜੇ ਪੁਰਖ ਹਨ, ਜਿਹੜੇ ਕੱਢੀ ਦੇ ਹਨ ਵੱਖਰੇ ਵੀ ਇਹ ਬੜੇ ਉੱਤਮ ਹਨ। ਉਹ ਵਿਰਲੇ ਕਈ ਕੇ, ਉਹ ਤਾਂ ਭਾਈ ਵਿਰਲੇ ਹੀ ਹੁੰਦੇ ਹਨ। ਕਈਆਂ ਦੇ ਵਿੱਚ ਕੋਈ ਹੁੰਦੇ ਹਨ ਵਿਰਲੇ ਇਸ ਸੰਸਾਰ ਦੇ ਅੰਦਰ। ਇੱਕ ਅੱਧ ਨਾਏ ਰਸੀੜਾ ਕਾ ਵਿਰਲੀ ਜਾਏ ਮੁੱਠੀ, ਵੀ ਇੱਕ ਅੱਧ ਨਾਮ ਰਸੀੜਾ, ਨਾਮ ਦਾ ਰਸ ਵਾਲਾ ਕੋਈ ਤਤ ਬੇਤਾ, ਉਹ ਕੋਈ ਇੱਕ ਅੱਧ ਹੀ ਹੁੰਦਾ ਹੈ। ਬਾਕੀ ਸੰਸਾਰ ਤਾਂ ਐਵੇਂ ਝੂਠ ਮੂਠ ਦਿਖਾਵਿਆਂ ਦੇ ਵਿੱਚ ਹੀ ਲੱਗਾ ਹੋਇਆ ਹੈ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਹਨ, ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਕਿ ਉਹ ਵਿਰਲੇ ਹੀ ਹੁੰਦੇ ਹਨ ਤਤ ਬੇਤੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ। ਉਹ ਵਿਰਲੇ ਹੀ ਹੁੰਦੇ ਹਨ। ਬਾਕੀ ਜਗਤ ਤਾਂ ਐਵੇਂ ਦਿਖਾਵਾ ਕਰ ਰਿਹਾ ਹੈ ਕਿ ਸਾਨੂੰ ਰਸ ਪ੍ਰਾਪਤ ਹੋ ਗਿਆ, ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਸਤਿਗੁਰੂ ਕਹਿੰਦੇ ਉਹ ਤਾਂ ਵਿਰਲੇ ਹਨ। ਜਗ ਮਹਿ ਉੱਤਮ ਕਾਢੀਏ, ਜਿਹੜੇ ਉੱਤਮ ਹੁੰਦੇ ਹਨ, ਜਿਹੜੇ ਉੱਤਮ ਕੱਢੀ ਦੇ ਹਨ ਵੱਖਰੇ ਕਿ ਹਾਂ ਇਹ ਉੱਤਮ ਹਨ, ਉਹ ਸ੍ਰੇਸ਼ਟ ਹਨ ਜੀਵ ਜਿਨ੍ਹਾਂ ਨੂੰ ਰਸ ਪ੍ਰਾਪਤ ਹੋ ਗਿਆ। ਸਤਿਗੁਰੂ ਕਹਿੰਦੇ ਵਿਰਲੇ ਕਈ ਕੇ, ਉਹ ਤਾਂ ਭਾਈ ਵਿਰਲੇ ਹੀ ਹੁੰਦੇ ਹਨ। ਕਈਆਂ ਚੋਂ ਇੱਕ, ਲੱਖਾਂ ਚੋਂ ਨਹੀਂ, ਕਈਆਂ ਚੋਂ ਇੱਕ ਵਿਰਲੇ ਹੀ ਹੁੰਦੇ ਹਨ। ਉਹ ਮਹੱਲਾ ਪੰਜਵਾ। ਰੱਖੇ ਰਖਨਹਾਰ ਆਪ ਉਬਾਰੀਅਨ। ਸਾਰ ਸੰਗਤ ਇਹ ਜੋ ਸ਼ਬਦ ਆ ਰਿਹਾ ਹੈ, ਇਹ ਰੱਖੇ ਰਖਨਹਾਰ ਆਪ ਉਬਾਰੇਣ, ਇਹ ਜੋ ਫਿਰ ਪਰਮੇਸ਼ਰ ਹੈ ਨਾ ਉਹ ਰੱਖਦਾ ਹੈ। ਜਿਹੜਾ ਰੱਖਣਹਾਰਾ ਪਰਮੇਸ਼ਰ ਆਪ ਉਹ ਰੱਖਿਆ ਕਰਦਾ ਹੈ। ਆਪ ਉਬਾਰੇਣ, ਫਿਰ ਉਹਨਾਂ ਜੀਵਾਂ ਨੂੰ ਜਿਨ੍ਹਾਂ 'ਤੇ ਕਿਰਪਾ ਕਰਦਾ ਹੈ ਨਾ, ਉਹਨਾਂ ਨੂੰ ਫਿਰ ਇਹ ਉਬਾਰ ਲੈਂਦਾ ਹੈ ਇਸ ਝਮੇਲੇ 'ਚੋਂ, ਇਸ ਸੰਸਾਰ ਸਰੂਪੀ ਸਮੁੰਦਰ 'ਚੋਂ ਉਹ ਪਰਮੇਸ਼ਰ ਉਬਾਰ ਲੈਂਦਾ, ਕੱਢ ਲੈਂਦਾ ਹੈ। ਅਥਵਾ ਜੋ ਉਬਾਰੇਣ ਜਮਾਂ ਦੀ ਫਾਹੀ ਤੋਂ ਪਰਮੇਸ਼ਰ ਉਬਾਰ ਲੈਂਦਾ ਹੈ। ਗੁਰੂ ਕੀ ਪੈਰੀ ਪਾਏ ਕਾਜ ਸਵਾਰੀਅਨ। ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਫਿਰ ਉਹ ਪਰਮੇਸ਼ਰ ਜਿਨ੍ਹਾਂ 'ਤੇ ਮਿਹਰ ਕਰਦਾ ਉਹਨਾਂ ਨੂੰ ਫਿਰ ਗੁਰੂ ਦੀ ਪੈਰੀ, ਗੁਰਾਂ ਦੇ ਚਰਨੀ ਲਗਾ ਕਰਕੇ ਉਹਨਾਂ ਨੂੰ ਗੁਰਸਿੱਖੀ ਬਖਸ਼ ਕੇ ਪੈਰੀ ਪਾ ਕੇ ਤੇ ਕਾਜ ਸਵਾਰੇ ਨੇ ਉਹਨਾਂ ਦੇ। ਫਿਰ ਪਰਮੇਸ਼ਰ ਕਾਜ ਆਪ ਸਵਾਰਦਾ ਹੈ ਸਾਰੇ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਜਿਹੜੇ ਇਸ ਕਾਰਜ ਦੇ ਵਿੱਚ ਲੱਗ ਗਏ ਨਾ, ਇਸ ਸਰੰਜਾਮ ਦੇ ਵਿੱਚ ਲੱਗ ਗਏ ਪਰ ਭਵਜਲ ਨੂੰ ਤਰਨ ਦੇ, ਫਿਰ ਉਹਨਾਂ ਦੇ ਪਰਮੇਸ਼ਰ ਕਾਰਜ ਆਪ ਸਵਾਰਦਾ ਹੈ। ਆਪ ਪੈਰੀ ਪਾਏ ਕਾਜ ਸਵਾਰਨ, ਪੈਰੀ ਸਤਿਗੁਰਾਂ ਦੀ ਪੈਰੀ ਪਾ ਕਰਕੇ ਸਤ ਸੰਗਤ ਬਖਸ਼ਿਸ਼ ਕਰਕੇ ਤੇ ਪਰਮੇਸ਼ਰ ਉਹਨਾਂ ਦੇ ਕਾਰਜ ਆਪ ਸਵਾਰਦਾ ਹੈ। ਹੁਆ ਆਪ ਦਿਆਲ ਮਨਹੁ ਨਾ ਵਿਸਾਰੀਅਨ। ਫਿਰ ਜਿਨ੍ਹਾਂ ਤੇ ਪਰਮੇਸ਼ਰ ਦਿਆਲ ਹੋ ਗਿਆ ਨਾ, ਹੁਆ ਆਪ ਦਿਆਲ, ਫਿਰ ਉਹਨਾਂ ਨੂੰ ਮਨਹੁ ਨਾ ਵਿਸਾਰੀਅਨ, ਉਹਨਾਂ ਨੂੰ ਫਿਰ ਮਨੋਂ ਕਦੀ ਨਹੀਂ ਵਿਸਾਉਂਦਾ। ਭਗਤ ਸਾਹਿਬ ਨੇ ਬੇਨਤੀ ਕੀਤੀ ਨਾ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਕਿ ਪਰਮੇਸ਼ਰ ਤੁਸੀਂ ਸਾਨੂੰ ਨਾ ਵਿਸਾਰੋ, ਸਾਨੂੰ ਚੇਤੇ ਰੱਖੋ ਜਿਸ ਪ੍ਰਕਾਰ ਅਸੀਂ ਤੁਹਾਨੂੰ ਚੇਤੇ ਰੱਖ ਸਕੀਏ। ਇੱਥੇ ਸਤਿਗੁਰੂ ਕਹਿੰਦੇ ਵੀ ਜਿਨ੍ਹਾਂ ਤੇ ਜਾ ਹੋਆ ਆਪ ਦਿਆਲ, ਜਿਨ੍ਹਾਂ ਤੇ ਪਰਮੇਸ਼ਰ ਆਪ ਦਿਆਲ ਹੁੰਦਾ, ਫਿਰ ਉਹਨਾਂ ਨੂੰ ਮਨੋਂ ਨਹੀਂ ਵਿਸਾਰਦਾ, ਅਥਵਾ ਉਹਨਾਂ ਨੂੰ ਪਰਮੇਸ਼ਰ ਫਿਰ ਨਹੀਂ ਭੁੱਲਦਾ। ਉਸਾਸ ਗਿਰਾਸ ਹੀ ਪਰਮੇਸ਼ਰ ਨੂੰ ਸੰਭਾਲਦੇ, ਚੇਤੇ ਕਰਦੇ ਹਨ। ਸਾਧ ਜਨਾ ਕੇ ਸੰਗ ਭਵਜਲ ਤਾਰੀਅਨ। ਜਿਹੜੇ ਸਾਧ ਜਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ, ਕਿ ਜਿਹਨਾਂ
ਜਿਨ੍ਹਾਂ ਨੂੰ ਸਾਸ ਸਾਸ ਪਰਮੇਸ਼ਰ ਚੇਤਾ ਰਹਿੰਦਾ ਹੈ ਨਾ, ਐਸੇ ਉਹ ਸਾਧੂ ਜਨ ਸ੍ਰੇਸ਼ਟ ਪੁਰਖ ਹੁੰਦੇ ਹਨ। ਤੇ ਸਤਿਗੁਰੂ ਕਹਿੰਦੇ ਕਿ ਸਾਧ ਜਨਾਂ ਕੈ ਸੰਗ ਭਵਜਲ ਤਾਰੇਣ। ਫਿਰ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਭਵਜਲ ਤਾਰੀਣ, ਫਿਰ ਪਰਮੇਸ਼ਰ ਉਹਨਾਂ ਨੂੰ ਇਹ ਤਤ ਬੇਤਿਆਂ ਦੀ ਸੰਗਤ ਬਖਸ਼ੇ ਕੇ ਤੇ ਭਵਜਲ ਸਮੁੰਦਰ ਤੋਂ ਫਿਰ ਉਹ ਪਰਮੇਸ਼ਰ ਤਾਰਨਾ ਕਰ ਦਿੰਦਾ ਹੈ, ਉਹਨਾਂ ਨੂੰ ਤਾਰ ਦਿੰਦਾ ਹੈ। ਅਥਵਾ ਸਾਧ ਜਨ ਜੋ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ। ਜੋ ਸਾਧੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਸਾਧ ਜਨਾਂ ਕਹਿ ਤੇ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਨ ਜੋ ਗੁਰਸਿੱਖ ਹਨ, ਤਿਨਾਂ ਦੀ ਸੰਗਤ ਭਾਵ ਜਿਹੜੀ ਸਤ ਸੰਗਤ ਦੇ ਵਿੱਚ ਆਉਣਾ। ਜੋ ਆਪਾਂ ਸਤ ਸੰਗਤ ਰੋਜ਼ ਹੁੰਦੀ, ਸਤਿਗੁਰਾਂ ਦੀ ਨਿਤਨੇਮ ਦੀਆਂ ਬਾਣੀਆਂ ਹੁੰਦੀਆਂ ਦਾ ਪਾਠ ਹੁੰਦਾ ਹੈ, ਕਥਾ ਹੁੰਦੀ ਹੈ। ਸੋ ਇਸ ਪ੍ਰਕਾਰ ਨਾਲ ਜਿਹੜੀ ਸੰਗਤ ਹੈ ਨਾ, ਪਰਮੇਸ਼ਰ ਫਿਰ ਇਹ ਸੰਗਤ ਉਹਨਾਂ ਨੂੰ ਬਖਸ਼ਿਸ਼ ਕਰਕੇ ਤੇ ਭਵਜਲ ਤੋਂ ਸੰਸਾਰ ਤੋਂ ਇਹ ਪਰਮੇਸ਼ਰ ਉਹਨਾਂ ਨੂੰ ਤਾਰ ਦਿੰਦਾ ਹੈ। ਆਪਾਂ ਵੀ ਇਹ ਸਮਝੀਏ ਕਿ ਜੇ ਸੰਗਤ ਵਿੱਚ ਆਪਾਂ ਆ ਗਏ ਹਨ, ਸਤਿਗੁਰਾਂ ਨੇ ਆਪਾਂ ਨੇ ਕਿਰਪਾ ਕਰਕੇ ਆਪਾਂ ਨੂੰ ਸੰਗਤ ਦੇ ਵਿੱਚ ਆਪ ਬੁਲਾ ਲਿਆ ਹੈ। ਉਹ ਆਪ ਦਇਆਲ, ਜਿਨ੍ਹਾਂ ਤੇ ਉਹ ਪਰਮੇਸ਼ਰ ਫਿਰ ਦਿਆਲ ਹੈ ਨਾ, ਉਹਨਾਂ ਨੂੰ ਸਾਧ ਜਨਾਂ ਕੈ ਸੰਗ ਇਹ ਸੰਗਤ ਬਖਸ਼ ਕੇ ਫਿਰ ਉਹਨਾਂ ਨੂੰ ਭਵਜਲ ਤੋਂ ਤਾਰ ਦਿੰਦਾ ਹੈ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਨ। ਜਿਹੜੇ ਸਾਕਤ ਭਾਵ ਕਠੋਰ ਚਿੱਤ ਵਾਲੇ, ਨਿੰਦਕ ਨਿੰਦਾ ਕਰਨ ਵਾਲੇ ਅਤੇ ਦੁਸ਼ਟ ਜਿਹੜੇ ਪਾਪੀ ਪੁਰਸ਼ ਹਨ, ਖਿਨ ਮਾਹੇ ਬਿਦਾਰੀਣ, ਇਹਨਾਂ ਨੂੰ ਫਿਰ ਪਰਮੇਸ਼ਰ ਖਿਨ ਮਾਤਰ ਸਮੇਂ ਦੇ ਅੰਦਰ ਹੀ ਬਿਦਾਰੀਣ ਨਾਸ ਕਰ ਦਿੰਦਾ ਹੈ। ਇਸੇ ਪ੍ਰਕਾਰ ਸਾਕਤ ਜਿਹੜੀ ਸਾਕਤ ਬਿਰਤੀ ਹੁੰਦੀ ਹੈ, ਜਿਹੜੇ ਫਿਰ ਇਹ ਸਾਧ ਜਨਾਂ ਕੈ ਸੰਗ ਜਿਹੜੇ ਸੰਗਤ ਵਿੱਚ ਆ ਜਾਂਦੇ ਹਨ ਨਾ, ਉਹਨਾਂ ਤੇ ਫਿਰ ਸਤਿਗੁਰੂ ਕੀ ਕਿਰਪਾ ਕਰਦੇ ਆ। ਸਾਕਤ ਜਿਹੜੀ ਉਹਨਾਂ ਦੀ ਕਠੋਰ ਚਿੱਤ ਬਿਰਤੀ ਹੁੰਦੀ ਹੈ, ਨਿਮਰਤਾ ਨਹੀਂ ਹੁੰਦੀ ਉਹਨਾਂ ਵਿੱਚ, ਉਹ ਸਾਕਤ ਬਿਰਤੀ ਨੂੰ ਮਾਰ ਦਿੰਦੇ ਹਨ ਸਤਿਗੁਰੂ। ਅਤੇ ਨਿੰਦਕ ਜਿਹੜੀ ਉਹਨਾਂ ਦੀ ਨਿੰਦਾ ਕਰਨ ਦੀ ਅੰਦਰ ਆਦਤ ਜਿਹੜੀ ਉਹਨਾਂ ਦੀ ਬਿਰਤੀ ਬਣੀ ਹੁੰਦੀ ਹੈ, ਸਤਿਗੁਰੂ ਉਸ ਨੂੰ ਮਾਰ ਦਿੰਦੇ ਹਨ। ਅਤੇ ਦੁਸ਼ਟ ਜਿਹੜੀ ਦੁਸ਼ਟਾਈ ਅੰਦਰ ਹੁੰਦੀ ਹੈ, ਪਾਪ ਕਰਨ ਦੀ ਸਮਰੱਥਾ ਅੰਦਰ ਹੁੰਦੀ ਹੈ, ਫਿਰ ਸਤਿਗੁਰੂ ਉਹਨਾਂ ਨੂੰ ਬਿਦਾਰੀਗਣ, ਇਹ ਸਾਰੇ ਬਿਦਾਰੀਨ, ਇਹਨਾਂ ਸਾਰਿਆਂ ਨੂੰ ਸਤਿਗੁਰੂ ਫਿਰ ਐਸੀ ਕਿਰਪਾ ਕਰਦੇ ਕਿ ਨਾਸ ਹੀ ਕਰ ਦਿੰਦੇ ਹਨ ਮਨੁੱਖ ਦੇ ਅੰਦਰੋਂ। ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ। ਤਿਸ ਸਾਹਿਬ ਕੀ ਟੇਕ ਕਿ ਐਸੇ ਸਾਹਿਬ ਮਾਲਕ ਪਰਮੇਸ਼ਰ ਦੀ ਹੀ ਟੇਕ ਸਤਿਗੁਰੂ ਫਰਮਾਉਂਦੇ ਕਿ ਮਨੇ ਮਾਹੇ ਸਾਡੇ ਮਨ ਵਿੱਚ ਹੈ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਹਨੂੰ ਸਿਮਰਨ ਦੇ ਨਾਲ ਜਿਸ ਸਿਮਰਤ ਸੁਖ ਹੋਏ, ਇਹ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਜੋ ਦੁਨਿਆਵੀ ਸੁਖ ਅਤੇ ਜੋ ਅੰਤਰੀਵ ਸੁਖ ਸਤਿਗੁਰਾਂ ਦੇ ਨਾਮ ਦਾ ਜਿਹੜਾ ਸੁਖ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਸਗਲੇ ਦੁੱਖ ਜਾਹੇ, ਸਾਰੇ ਜੀਵ ਦੇ ਜਿਹੜੇ ਸੰਸਾਰ ਦੇ ਅੰਦਰ ਉਸ ਨੂੰ ਦੁੱਖ ਵਿਆਪਦੇ ਆ, ਉਹ ਸਾਰੇ ਜਾਹੇ ਨਾਸ ਹੋ ਜਾਂਦੇ ਹਨ। ਅਤੇ ਜੋ ਅੰਤਰੀਵ ਜਿਹੜੇ ਦੋਖੀ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਇਹ ਸਾਰੇ ਹੀ ਜਾਹੇ ਇਹ ਮਨੁੱਖ ਦੇ ਅੰਦਰੋਂ ਚਲੇ ਜਾਂਦੇ ਹਨ। ਸਤਿਗੁਰੂ ਕਹਿੰਦੇ ਵੀ ਤਿਸ ਸਾਹਿਬ ਕੀ ਟੇਕ, ਐਸੇ ਹੀ ਪਰਮੇਸ਼ਰ ਦੀ ਸਾਨੂੰ ਟੇਕ ਆਸਰਾ ਹੈ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੇ ਸਿਮਰਨ ਦੇ ਨਾਲ ਇਹ ਜੋ ਦੁੱਖ ਅਤੇ ਚਲੇ ਜਾਂਦੇ ਹਨ ਅਤੇ ਸੁੱਖ ਪ੍ਰਾਪਤ ਹੁੰਦੇ ਹਨ। ਜੋ ਸਿਮਰਨ ਦਾ ਸੁੱਖ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸਾਧ ਸੰਗਤ ਜੋ ਸੋਧਾ ਰਹਿਰਾਸ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੋ ਸੋਧਾ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਉਸ ਤੋਂ ਉਪਰੰਤ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸ਼ਬਦ ਆਏ ਦਸਮ ਬਾਣੀ ਦੇ ਅੰਦਰੋਂ, ਉਹ ਸਾਰਿਆਂ ਦੀ ਸਰਵਣ ਕੀਤੀ ਹੈ ਆਪਾਂ ਕਥਾ। ਇਹ ਸੋਧਾ ਰਹਿਰਾਸ ਸਾਹਿਬ ਜੀ ਦੀ ਜੋ ਕਥਾ ਸੰਪੂਰਨ ਬਾਣੀ ਦੀ, ਇਹ ਸਤਿਗੁਰਾਂ ਦੀ ਮਿਹਰਾਮਤ ਸਦਕਾ ਅੱਜ ਜੋ ਇਹ ਸੰਪੂਰਨ ਹੋ ਗਈ ਹੈ। ਸਾਧ ਸੰਗਤ ਜਿਸ ਪ੍ਰਕਾਰ, ਕਿਉਂਕਿ ਇਹ ਜਿਹੜੀ ਰਹਿਰਾਸ ਸਾਹਿਬ ਬਾਣੀ ਹੈ ਨਾ, ਇਹ ਸਮੁੱਚੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਤਰਤੀਬ ਵਾਰ ਬਣ ਕੇ ਤੇ ਨਿਤਨੇਮ ਵਿੱਚ ਬਖਸ਼ੀ ਹੈ ਸਿੱਖਾਂ ਨੂੰ। ਕਿਉਂਕਿ ਇਹ ਜੋ ਸੋਧਾ ਰਹਿਰਾਸ ਸਾਹਿਬ ਬਾਣੀ ਹੈ, ਇਹ ਇੱਕ ਜਗ੍ਹਾ ਤੇ ਇਕੱਤਰ ਨਹੀਂ ਹੈ, ਕਿਉਂਕਿ ਜਿਸ ਤਰੀਕੇ ਨਾਲ ਸ੍ਰੀ ਜਪਜੀ ਸਾਹਿਬ ਉਹ ਆਰੰਭ ਦੇ ਅੰਦਰ ਸੰਪੂਰਨ ਉੱਥੇ ਵਿਰਾਜਮਾਨ ਹੈ, ਸੋਹਿਲਾ ਸਾਹਿਬ ਸੰਪੂਰਨ ਜੋ ਰਹਿਰਾਸ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਆਉਂਦਾ ਹੈ, ਉਹ ਸੰਪੂਰਨ ਉੱਥੇ ਵਿਰਾਜਮਾਨ ਹੈ। ਪਰ ਜਿਹੜੀ ਸੋਧਾ ਰਹਿਰਾਸ ਸਾਹਿਬ ਗੁਰਬਾਣੀ ਹੈ, ਇਸ ਸਮੇਂ ਦੇ ਨਾਲ ਸਤਿਗੁਰੂ ਜਿਸ ਤਰੀਕੇ ਨਾਲ ਉਹ ਸ਼ਬਦ ਉਚਾਰਦੇ ਰਹੇ, ਉਸ ਤਰੀਕੇ ਨਾਲ ਇਸ ਸਮੇਂ ਦੇ ਨਾਲ ਇਸ 'ਚ ਵਾਧਾ ਹੁੰਦਾ ਰਿਹਾ। ਆਪਾਂ ਸ਼ਬਦ ਸਰਵਣ ਕੀਤੇ ਹਨ ਆਰੰਭ ਦੇ ਵਿੱਚ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਇਹ ਜੋ ਅਤੇ ਦੋ ਹੋਰ ਸ਼ਬਦ, ਜੋ ਪਹਿਲੇ ਤਿੰਨ ਸ਼ਬਦ ਹਨ, ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਤੇ ਉਸ ਸਮੇਂ ਜੋ ਸਿੱਖ ਸਨ, ਇਹ ਤਿੰਨਾਂ ਸ਼ਬਦਾਂ ਨੂੰ ਹੀ ਰਹਿਰਾਸ ਸਾਹਿਬ ਵਿੱਚ ਪੜ੍ਹਿਆ ਕਰਦੇ ਸਨ।
ਜਿਸ ਸਮੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਉਣਾ ਕੀਤਾ, ਜਿਸ ਨੂੰ ਕਰਤਾਰਪੁਰ ਵਾਲੀ ਬੀੜ ਕਿਹਾ ਜਾਂਦਾ ਹੈ, ਫਿਰ ਉਸ ਸਮੇਂ ਸਤਿਗੁਰਾਂ ਨੇ 3 ਸ਼ਬਦਾਂ ਦੇ ਨਾਲ ਜੋ 2 ਸ਼ਬਦ ਹੋਰ ਦਰਜ ਕੀਤੇ। ਇੱਕ ਸ਼ਬਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਤੇ ਇੱਕ ਆਪਣਾ ਸ਼ਬਦ ਕਾਹੇ ਰੇ ਮਨ ਚਿਤ ਵਹਿ ਉਦਮ। ਇਹ 5 ਸ਼ਬਦ ਉਸ ਸਮੇਂ ਫਿਰ ਜੋ ਗੁਰਸਿੱਖ ਸਨ ਸ੍ਰੀ ਗੁਰੂ ਅੰਗਦ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਬਾਅਦ ਇਹ 5 ਸ਼ਬਦਾਂ ਨੂੰ ਸੋਦਰ ਰਹਿਰਾਸ ਸਾਹਿਬ ਜੀ ਦੇ ਅੰਦਰ ਪੜ੍ਹਿਆ ਕਰਦੇ ਸਨ। ਉਸ ਤੋਂ ਉਪਰੰਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਸਮੇਂ ਸਤਿਗੁਰਾਂ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਕੰਠੋਂ ਆਪ ਉਚਾਰਨ ਕੀਤੀ, ਜਿਸ ਨੂੰ ਬਾਅਦ ਵਿੱਚ ਗੁਰਤਾ ਗੱਦੀ ਵੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ। ਉਸ ਦੇ ਅੰਦਰ ਸਤਿਗੁਰਾਂ ਨੇ ਫਿਰ ਇਹ 5 ਸ਼ਬਦਾਂ ਤੋਂ ਬਾਅਦ ਜੋ 4 ਸ਼ਬਦ ਹੋਰ ਵੱਡੇ ਸਤਿਗੁਰਾਂ ਦੇ ਵਿੱਚ ਦਰਜ ਕੀਤੇ। ਇਸ ਪ੍ਰਕਾਰ ਦੇ ਨਾਲ ਜੋ ਸੋਦਾ ਰਹਿਰਾਸ ਸਾਹਿਬ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ, ਉਸ ਦੇ ਕੁੱਲ 9 ਸ਼ਬਦ ਹਨ ਜੋ ਆਪਾਂ ਸਰਵਣ ਕੀਤੇ ਹਨ। ਅਤੇ ਇਹਨਾਂ 9 ਸ਼ਬਦਾਂ ਤੋਂ ਇਲਾਵਾ ਜਿਹੜੇ ਆਰੰਭ ਵਿੱਚ ਆਪਾਂ 2 ਸ਼ਬਦ ਪੜ੍ਹੀਦੇ ਹਨ, ਹਰ ਜੁਗ ਜੁਗ ਭਗਤੋ ਪਾਇਆ ਅਤੇ ਦੂਸਰਾ ਦੁੱਖ ਦਾਰੂ ਸੁਖ ਰੋਗ ਪਿਆ, ਇਹ ਇਹਨਾਂ 2 ਸ਼ਬਦਾਂ ਤੋਂ ਅਲੱਗਾ ਹਨ। ਇਹ ਕੀਰਤਨ ਰੂਪ ਦੇ ਅੰਦਰ ਦਰਬਾਰ ਸਾਹਿਬ ਵੀ ਪੜ੍ਹੇ ਜਾਂਦੇ ਹਨ। ਅਤੇ ਉਸ ਤੋਂ ਬਾਅਦ ਜੋ ਗ੍ਰੰਥੀ ਸਿੰਘਾਂ ਹਨ ਉਹ ਸੋਦਰ ਤੋਂ ਇਹ ਰਹਿਰਾਸ ਸਾਹਿਬ ਪੜ੍ਹਨੀ ਆਰੰਭ ਕਰਦੇ ਹਨ। ਇਸ ਪ੍ਰਕਾਰ ਦੇ ਨਾਲ ਇਹ ਰਹਿਰਾਸ ਸਾਹਿਬ ਜੀ ਦੇ 9 ਸ਼ਬਦ ਅਤੇ ਉਸ ਤੋਂ ਬਾਅਦ ਜੋ ਸਤਿਗੁਰਾਂ ਨੇ ਮਰਿਆਦਾ ਕਾਇਮ ਕੀਤੀ, ਜੋ ਦਸਮ ਬਾਣੀ ਦੇ ਅੰਦਰੋਂ ਜੋ ਬੇਨਤੀ ਰੂਪ ਅੰਦਰ ਸ੍ਰੀ ਚੌਪਈ ਸਾਹਿਬ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਅਤੇ ਉਸ ਤੋਂ ਉਪਰੰਤ ਜੋ ਦਸਮ ਬਾਣੀ ਦੇ ਅੰਦਰੋਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰੋਂ ਜੋ ਸ਼ਬਦ ਆਏ ਉਹ ਸਤਿਗੁਰਾਂ ਨੇ ਮਰਿਆਦਾ ਕਾਇਮ ਕੀਤੀ। ਆਪਾਂ ਉਹਨਾਂ ਦੀ ਕਥਾ ਸਰਵਣ ਕੀਤੀ। ਜੋ ਸਵਈਏ ਅਤੇ ਦੋਹਰੇ ਆਏ ਉਪਰੰਤ ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਆਨੰਦ ਸਾਹਿਬ ਦੀਆਂ 40 ਪੌੜੀਆਂ ਵਿੱਚੋਂ ਜੋ ਰਹਿਰਾਸ ਸਾਹਿਬ ਜੀ ਦੇ ਅੰਦਰ 6 ਪੌੜੀਆਂ ਆਉਂਦੀਆਂ ਹਨ, ਉਹਨਾਂ ਦੀ ਕਥਾ ਸਰਵਣ ਹੋਈ। ਅਤੇ ਉਪਰੰਤ ਅਖੀਰ 'ਤੇ ਫਿਰ ਜੋ 5 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਆਉਂਦੇ ਹਨ, ਉਹਨਾਂ ਦੀ ਬਖਸ਼ਿਸ਼ ਇਸ ਸਤਿਗੁਰਾਂ ਨੇ ਕੀਤੀ ਹੈ। ਇਸ ਪ੍ਰਕਾਰ ਨਾਲ ਜੋ ਸੋਦਾ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਉਸ ਦੀ ਕਥਾ ਸੰਪੂਰਨ ਹੋਈ ਹੈ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਖੋ ਤੁਮ ਕਥਾ ਸੁਧਾਰੀ। ਪਰਮੇਸ਼ਰ ਤੁਸੀਂ ਆਪ ਹੀ ਕਥਾ ਇਹ ਸੰਪੂਰਨ ਕਰਾਈ ਹੈ, ਤੁਹਾਡੀ ਹੀ ਕਿਰਪਾ ਬਖਸ਼ਿਸ਼ ਹੋਈ ਹੈ। ਸੋ ਸਾਧ ਸੰਗਤ ਇਸ ਪ੍ਰਕਾਰ ਨਾਲ ਜੋ ਕੱਲ੍ਹ ਨੂੰ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਮਾਘੀ ਦਾ ਮੇਲਾ ਮਨਾਇਆ ਜਾਂਦਾ ਹੈ, ਉਸ ਬਾਬਤ ਜੋ ਕਥਾ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕਰਾਂਗੇ। ਅਤੇ ਨਾਲ ਹੀ ਜੋ ਮਾਘ ਦੇ ਮਹੀਨੇ ਅੰਦਰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤੇ ਉਸ ਦੀ ਕਥਾ ਵੀ ਸਰਵਣ ਕਰਾਂਗੇ। ਅਤੇ ਉਸ ਤੋਂ ਉਪਰੰਤ ਸਾਧ ਸੰਗਤ ਜੋ ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਪੁਰਬ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਜੋ 4 ਮਾਘ ਅਤੇ ਜਿਸ ਦਿਨ 17 ਜਨਵਰੀ ਬਣਦੀ ਹੈ, ਉਸ ਦਿਨ ਸਤਿਗੁਰਾਂ ਦਾ ਗੁਰਪੁਰਬ ਹੈ। ਅਤੇ ਇਸ ਨੂੰ ਮੁੱਖ ਰੱਖਦੇ ਹੋਏ ਆਪਣੀ ਨਗਰ ਦੀ ਸੰਗਤ ਨੇ ਵੀ ਉਦਮ ਕੀਤਾ ਹੈ, ਜੋ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਭੋਗ ਪਾਏ ਜਾਂਦੇ ਹਨ। ਉਹ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹ ਸਾਧ ਸੰਗਤ 6 ਮਾਘ ਜਿਸ ਦਿਨ 19 ਜਨਵਰੀ ਬਣਦੀ ਹੈ, 19 ਜਨਵਰੀ ਨੂੰ ਇਹ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ। ਅਤੇ 8 ਮਾਘ ਜਿਸ ਦਿਨ 21 ਜਨਵਰੀ ਬਣਦੀ ਹੈ, ਦਿਨ ਐਤਵਾਰ ਦਾ, ਉਹ ਦਿਨ ਇਹ ਭੋਗ ਪਾਏ ਜਾਣਗੇ। ਇਹ ਸਾਰੀ ਸੰਗਤ ਨੇ ਇਹਨਾਂ ਸਮਾਗਮਾਂ ਅੰਦਰ ਵੱਧ ਚੜ੍ਹ ਕੇ ਸੇਵਾ ਕਰਕੇ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਤੇ ਇੱਕ ਬੇਨਤੀ ਹੈ ਸਾਧ ਸੰਗਤ, ਜੋ ਇਹ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਜੋ ਕਥਾ ਵਿਚਾਰ ਹੈ, ਉਹ ਸਤਿਗੁਰਾਂ ਦੀ ਪਵਿੱਤਰ ਬਾਣੀ ਬਚਿੱਤਰ ਨਾਟਕ ਦੇ ਅੰਦਰੋਂ ਉਹ ਕੱਲ੍ਹ ਦੇ ਦੀਵਾਨਾਂ ਤੋਂ ਆਪਾਂ ਆਰੰਭ ਕਰਾਂਗੇ ਕਿ ਜਿਸ ਤਰੀਕੇ ਨਾਲ ਸਤਿਗੁਰਾਂ ਨੇ ਅਬ ਮੈਂ ਆਪਣੀ ਕਥਾ ਬਖਾਨੋ, ਆਪਣੀ ਕਥਾ ਸਤਿਗੁਰਾਂ ਨੇ ਆਪ ਵਿਖਿਆਨ ਕੀਤੀ। ਜਿਸ ਪ੍ਰਕਾਰ ਨਾਲ ਸਤਿਗੁਰਾਂ ਨੇ ਹੇਮਕੁੰਡ ਦੇ ਪਰਬਤ 'ਤੇ ਤਪ ਕੀਤਾ ਤੇ ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸ਼ਹਿਰ ਦੇ ਅੰਦਰ ਸਤਿਗੁਰਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਵਿਖੇ ਜੋ ਪ੍ਰਕਾਸ਼ ਧਾਰਿਆ, ਉਹ ਸਾਰੀ ਕਥਾ ਸਤਿਗੁਰਾਂ ਨੇ ਆਪਣੇ ਮੁੱਖੋਂ ਉਚਾਰੀ ਹੈ ਬਚਿੱਤਰ ਨਾਟਕ ਗੁਰਬਾਣੀ ਦੇ ਅੰਦਰ। ਅਤੇ ਸਤਿਗੁਰਾਂ ਨੇ ਆਪਣੀ ਸਾਰੀ ਅੰਸ ਬੰਸ ਜੋ ਸੋਢੀ ਬੰਸ ਹੈ, ਇਹ ਕਿੱਥੋਂ ਚੱਲੀ, ਕਿਵੇਂ ਇਸ ਦਾ ਅੱਗੇ ਆਗਾਜ਼ ਹੋਇਆ, ਕਿਸ ਤਰੀਕੇ ਨਾਲ ਸੋਢੀ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ, ਉੱਥੋਂ ਫਿਰ ਇਹ ਸੋਢ ਬੰਸ ਕਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਇਹ ਗੁਰਤਾ ਗੱਦੀ ਪ੍ਰਾਪਤ ਹੋਈ, ਇਹ ਸਾਰੀ ਕਥਾ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ ਬਚਿੱਤਰ ਨਾਟਕ ਦੇ ਅੰਦਰ। ਤੇ ਇਹ ਸਾਧ ਸੰਗਤ ਇਹ ਜੋ ਆਪਾਂ ਕਥਾ ਕੱਲ੍ਹ ਦੇ ਦੀਵਾਨਾਂ ਤੋਂ ਸ਼ੁਰੂ ਕਰਨੀ, ਸਤਿਗੁਰੂ ਬਖਸ਼ਿਸ਼ ਕਰਨ, ਕੱਲ੍ਹ ਤੋਂ ਲੈ ਕਰਕੇ ਅਤੇ ਜਿਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ
19 ਜਨਵਰੀ ਨੂੰ। ਉਦਣ ਤੱਕ ਇਹ ਆਪਾਂ 6 ਦਿਨ ਸਤਿਗੁਰਾਂ ਦੇ ਜੀਵਨ ਤੇ ਝਾਤ ਪਾਉਣੀ ਹੈ। ਸਤਿਗੁਰੂ ਬਖਸ਼ਿਸ਼ ਕਰਨ, ਆਪ ਕਥਾ ਕਰਵਾ ਲੈਣ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਗੁਰੂ ਕਿਰਪਾ ਕਰਨ। ਜੋ ਅੱਜ ਇਹ ਸੋਦਾ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਸੰਪੂਰਨ ਹੋਈ ਹੈ, ਤਾਂ ਆਪਾਂ ਸਤਿਗੁਰਾਂ ਅੱਗੇ ਹੁਣ ਅਰਦਾਸ ਬੇਨਤੀ ਕਰਨੀ ਹੈ। ਆਨੰਦ ਸਾਹਿਬ ਜੀ ਦੀਆਂ ਪਵਿੱਤਰ 6 ਪੌੜੀਆਂ ਦਾ ਪਾਠ ਕਰਕੇ ਤੇ ਫਿਰ ਅਰਦਾਸ ਕਰਕੇ ਸਤਿਗੁਰਾਂ ਅੱਗੇ ਬੇਨਤੀ ਕਰਨੀ ਕਿ ਤੁਸੀਂ ਇਹ ਕਥਾ ਸੰਪੂਰਨ ਕਰਾਈ ਤੇ ਅੱਗੇ ਵੀ ਤੁਸੀਂ ਹੁਣ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਤੇ ਆਪ ਕਿਰਪਾ ਕਰਿਓ। ਇੱਥੇ ਹੀ ਸਾਧ ਸੰਗਤ ਸਾਰੀ ਸਮਾਪਤੀ ਹੈ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰ ਦੇਣ। ਗੁਰਬਾਣੀ ਉਚਾਰਦਿਆਂ ਅਤੇ ਕਥਾ ਵਿਚਾਰਾਂ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ, ਸਤਿਗੁਰੂ ਬਖਸ਼ਣਹਾਰ ਹਨ। ਸਤਿਗੁਰੂ ਬਖਸ਼ਿਸ਼ ਕਰ ਦਿਓ ਤੇ ਸਤਿਗੁਰੂ ਦੀ ਸੰਗਤ ਬਖਸ਼ਣਯੋਗ ਹੈ ਅਤੇ ਬੱਚਾ ਜਾਣ ਕੇ ਆਪ ਮੁਆਫ ਕਰ ਦੇਣਾ। ਤੇ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਤੇ ਆਨੰਦ ਸਾਹਿਬ ਪੜ੍ਹ ਕੇ ਸਤਿਗੁਰਾਂ ਅੱਗੇ ਅਰਦਾਸ ਵਿੱਚ ਜੁੜੀਏ ਜੀ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਨ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈਆ। ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਹੋ, ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸ਼ਲੋਕ ਪਵਨ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ। ਖੇਲੈ ਸਗਲ ਜਗਤ, ਚੰਗਿਆਈਆ ਬੁਰਿਆਈਆ। ਵਾਚੈ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ